एक दिन कलगीधर बादशाह श्री दमदमे साहब साबो की तलवंडी च विराजमान हन ते 10 सिंह उत्थे आए हन। महाराज नूं मत्था टेक के नमस्कार करके बैठ गए हन ते सतगुरु जी नूं एक गल सुनाई है। महाराज खबर आई है भी कोटकपूरे नूं दुश्मनां ने फतेह कर लिया है। भई साच जिम प्रभु उचारी। ये सतगुरु जिवें आप जी बचन करके आए सी कि कपूरा तुरकां दा कतूरा बन गया है। कलगीधर पातशाह आए ना जदों कपूरे कोल, एक कपूरा साध संगत जी है तां गुरु का सिख सी पर तुरकां तो डरदा सी। एक बारी इहने महाराज दे लई बड़ा कीमती घोड़ा भी आनंदपुर साहब भेजिया सी, जिहदा महाराज ने दल बिडार नाम रखिया सी। और जदों महाराज आए ने अपने साहबजादे वार के मालवे की धरती वाल कदम वधाए ने ते कोटकपूरे भी आए ने सतगुरु। उत्थे कपूरा मिलिया महाराज नूं। महाराज कहंदे कपूरिया अपना किला दे दे, तेरे किले च खड़ के सूबे सरहंद दा मुकाबला करिए, जंग लड़िए। कहन लगा महाराज मैनू फाहे लवाओगे? ਇਹ ਉਹਦੇ ਮੂੰਹ ਤੋਂ ਬਚਨ ਨਿਕਲਿਆ, ਮਹਾਰਾਜ ਤੁਹਾਨੂੰ ਕਿਲਾ ਦੇ ਦਿਆਂ ਤੇ ਤੁਰਕ ਮੈਨੂੰ ਫਾਹੇ ਲਾ ਦੇਣਗੇ, ਫਾਂਸੀ ਲਾ ਦੇਣਗੇ। ਮਹਾਰਾਜ ਕਹਿੰਦੇ ਉਹ ਤਾਂ ਤੈਨੂੰ ਉਹਨਾਂ ਨੇ ਲਾਣਾ ਹੀ ਹੈ, ਬਿਸ਼ਟਾ ਦਾ ਤੋਬਰਾ ਮੂੰਹ ਤੇ ਚੜਾ ਕੇ ਖੇਦਾ ਤਾਂ ਤੈਨੂੰ ਲਾਣਗੇ ਹਾਏ। ਤੂੰ ਕਪੂਰਾ ਤੁਰਕਾਂ ਦਾ ਕਤੂਰਾ ਬਣ ਗਿਆ। ਇਹ ਬਚਨ ਕੀਤਾ। ਮਹਾਰਾਜ ਚਾਲੇ ਪਾ ਗਏ। ਬਾਅਦ ਵਿੱਚ ਕਪੂਰਾ ਫਿਰ ਮਹਾਰਾਜ ਨੂੰ ਮਿਲਿਆ, ਮਾਫੀ ਵੀ ਮੰਗੀ। ਮਹਾਰਾਜ ਨੇ ਇੱਕ ਢਾਲਾ ਤੇ ਇੱਕ ਖੰਡਾ ਬਖਸ਼ਿਆ, ਅੰਮ੍ਰਿਤ ਵੀ ਛਕਾਇਆ, ਕਪੂਰ ਸਿੰਘ ਵੀ ਬਣਾਇਆ। ਪਰ ਅੰਦਰ ਉਹਦੇ ਪਤਾ ਨਹੀਂ ਖੇਡ ਐਸੀ ਸੀ ਉਹ ਵਿਗਾਸ ਨਹੀਂ ਆ ਸਕਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਖਿੜਿਆ ਨਹੀਂ ਅੰਦਰੋਂ, ਕਿਉਂਕਿ ਪਾਪ ਜਿਹੜੇ ਨਾ ਬੰਦੇ ਦੇ ਇਹ ਵੀ ਕਈ ਵਾਰੀ ਬੰਦੇ ਨੂੰ ਗੁਰੂ ਨਾਲ ਪੂਰੀ ਤਰ੍ਹਾਂ ਜੁੜਨ ਨਹੀਂ ਦਿੰਦੇ। ਕਰਮਾਂ ਦੀ ਖੇਡ ਹੈ, ਕੋਈ ਪਤਾ ਨਹੀਂ ਕਿਹੜੇ ਕਰਮ ਕਿੱਦਾਂ ਦੇ ਕਿਸ ਵੇਲੇ ਅੱਗੇ ਆ ਜਾਣੇ ਹੈ। ਡਰਦੇ ਰਹੀਏ ਭਗਵਾਨ ਤੋਂ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਕਪੂਰਾ ਹੁਣ ਮਾਰਿਆ ਗਿਆ ਹੈ। ਉਹਦੀ ਮੌਤ ਦੀ ਖਬਰ ਸਿੰਘ ਲੈ ਕੇ ਦਮਦਮੇ ਸਾਹਿਬ ਪਹੁੰਚੇ ਨੇ। ਡੱਲ ਸਿੰਘ ਬੈਠਿਓ ਨਿਕਟ ਸੁਨੰਤਾ। ਕੋਲ ਡੱਲਾ ਸਿੰਘ ਬੈਠਾ ਸੁਣ ਰਿਹਾ ਸੀ। ਡੱਲਾ ਵੀ ਇਸ ਇਲਾਕੇ ਦਾ ਇੱਕ ਚੰਗਾ ਰਈਸ ਚੌਧਰੀ ਹੈ ਤੇ ਕਪੂਰਾ ਬਰਾੜ ਵੀ। ਇਹ ਹੈ ਤਾਂ ਬਰਾੜ ਹੀ ਨੇ, ਕਪੂਰਾ ਵੀ ਬਰਾੜ ਹੈ, ਡੱਲਾ ਵੀ ਬਰਾੜ ਹੈ, ਪਰ ਇਹਨਾਂ ਦੀ ਆਲਾਂ ਵੱਖਰੀਆਂ ਵੱਖਰੀਆਂ ਨੇ। ਉਹ ਸਾਬੋ ਕੇ ਬਰਾੜ ਨੇ, ਹੁਣ ਸਾਬੋ ਕੀ ਤਲਵੰਡੀ ਕਹਿੰਦੇ। ਇਹ ਉਰਲੇ ਪਾਸੇ ਕੋਟਕਪੂਰੇ ਦੇ ਇਲਾਕੇ ਦੇ ਸਰਦਾਰ ਨੇ। ਕਪੂਰੇ ਦੀ ਮੌਤ ਜਦੋਂ ਡੱਲੇ ਨੇ ਸੁਣੀ ਹੈ, ਬੂਜਨ ਕੀਨ ਸਕਲ ਬਿਰਤੰਤਾ, ਤੇ ਉਹਨੇ ਡੱਲੇ ਨੇ ਪੁੱਛਿਆ ਸਿੰਘਾਂ ਕੋਲੋਂ ਵੀ ਕਿਵੇਂ ਮਰਿਆ ਹੈ, ਕੀ ਗੱਲ ਹੋਈ ਹੈ। ਕਿਨ ਮਾਰਿਓ ਕਿਹੋ ਛੋਹੋ ਪ੍ਰਸੰਗ। ਕਿਵੇਂ ਮਾਰਿਆ ਗਿਆ, ਕਪੂਰੇ ਦੀ ਮੌਤ ਕਿਵੇਂ ਹੋਈ ਹੈ, ਕਿਹਨੇ ਮਾਰਿਆ ਕਪੂਰੇ ਨੂੰ, ਇਹ ਕਿਰਪਾ ਕਰਕੇ ਖਾਲਸਾ ਜੀ ਦੱਸੋ। ਕਿਸ ਕੇ ਸੰਗ ਕੀਨ ਤਿਨ ਜੰਗ। ਕਪੂਰੇ ਨੇ ਕਿਹਦੇ ਨਾਲ ਜੰਗ ਲੜਿਆ ਹੈ, ਕਿਹਨੇ ਉਸ ਨੂੰ ਮਾਰਿਆ ਹੈ। ਸੁਣ ਕੇ ਸਿੰਘਨ ਸਰਬ ਸੁਨਾਇਓ। ਉਹ ਜਿਹੜੇ ਸਿੰਘ ਕੋਟਕਪੂਰੇ ਦੇ ਇਲਾਕੇ ਚੋਂ ਆਏ ਸਨ ਉਹਨਾਂ ਨੇ ਦੱਸਿਆ। ਮੇਲਾ ਢਿਲਵੀਂ ਬਹੁ ਚੱਲ ਆਇਓ। ਇਹ ਮਹਾਰਾਜ ਜੀ ਜਦੋਂ ਢਿਲਵੀਂ ਮੇਲਾ ਲੱਗਾ, ਇਹ ਢਿਲਵਾਂ ਸਾਧ ਸੰਗਤ ਜੀ ਢਿਲਵੀਂ ਉਧਰ ਕੋਟਕਪੂਰੇ ਬਰਗਾੜੀ ਦੇ ਉਸ ਇਲਾਕੇ ਦਾ ਵੱਡਾ ਪਿੰਡ ਹੈ। ਬਾਬਾ ਪ੍ਰਿਥੀ ਚੰਦ ਜੀ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਹੋਏ ਹਨ। ਉਹ ਸਤਿਗੁਰਾਂ ਦੇ ਹੁਕਮ ਤੋਂ ਬਾਹਰ ਸਨ ਤੇ ਇਸ ਕਰਕੇ ਸਤਿਗੁਰੂ ਜੀ ਨੇ ਬਚਨ ਕਰਤਾ ਮੀਣਾ। ਉਹਨਾਂ ਦੀ ਅੱਲ ਮੀਣਿਆਂ ਦੀ ਸੱਦੀਂਦੀ ਹੈ ਗੁਰੂ ਘਰ ਵੱਲੋਂ। ਬਾਬਾ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਜੀ ਹੋਏ ਹਨ। ਮਿਹਰਬਾਨ ਜੀ ਦੇ ਪੁੱਤਰ ਚਤਰਭੁਜ ਤੇ ਹਰ ਜੀ ਹੋਏ ਹਨ। ਅੱਗੋਂ ਉਹਨਾਂ ਦੇ ਪੁੱਤਰ ਕੌਲ ਸਾਹਿਬ ਸੋਢੀ ਕੌਲ ਸਾਹਿਬ ਹੋਏ ਹਨ। ਸ੍ਰੀ ਗੁਰੂ ਰਾਮਦਾਸ ਜੀ ਦੇ ਸਮਝੋ ਪੜਪੋਤਰਿਆਂ ਤੋਂ ਵੀ ਗਾਂ ਪੁੱਤਰ ਸਨ। ਤੇ ਇੱਧਰ ਗੁਰੂ ਗੋਬਿੰਦ ਸਿੰਘ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪੜਪੋਤਰੇ ਸਨ। ਕਲਗੀਧਰ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਪੜਪੋਤਰੇ ਸਨ। ਤੇ ਬਾਬਾ ਕੌਲ ਸਾਹਿਬ ਜੀ ਬਾਬਾ ਪ੍ਰਿਥੀ ਚੰਦ ਜੀ ਦੇ ਪੜਪੋਤਰੇ ਸਨ।
इस करके दो भरावां दे ये अंश बंश सन। जदों महाराज मालवे की धरती ते आए तां सोढी कौल साहब गुरु साहब नूं मिलण वास्ते अगों दी आए, क्योंकि गुरु हरराए साहब सतवें पातशाह ने वचन कीता सी कि समा आवेगा 10वें जामे च गुरु नानक दा टुटा होया जहाज इकट्ठा कर देंगे। आखो श्री वाहिगुरू। ये ਜਿਹੜੇ ਵੱਖਰੀਆਂ ਵੱਖਰੀਆਂ शाखा फैल गईयां न, मीणियां दी, धीर मल्लियां दी, राम राइयां दी, ये 10वें पातशाह ने इकट्ठियां कर दियां। आखो श्री वाहिगुरू। सोढी कौल साहब ते किरपा हुई, उन्होंने कोई परमेश्वर ने प्रेरणा दी, वो 10वें पातशाह नूं आके मिले। महाराज ने नीले कपड़े पीरां वाले, उच्च दे पीरां वाले पाए हुए सन, जदों दे माछीवाड़े चाले पाए वही कपड़े सन। सोढी कौल साहब ने बड़े सुंदर कीमती वस्त्र महाराज नूं भेटा दिते। महाराज ने वो पाए ते नीले कपड़े पाड़ के अग्नि भेंट कीते सन, जिन्हां विचों एक लीर भाई मान सिंह जी ने अपने कटार नूं बन लई सी, ते महाराज ने वर दिता सी भी नीला बाणा निहंगा सिंघां दे कोल कायम रहेगा। वो फिर सोढी कौल साहब जिहड़े सन वो गुरु गोबिंद सिंह साहब जी नूं मिले। वो कपूरे होरी भी उन्होंने भी मनते सन 10वें पातशाह, क्योंकि गद्दी ते गुरु नानक दी सारी। वो भी जिहड़े सन बाबा पिरथी चंद जी, वो भी अपने आप नूं गुरु सदांदे सन। अगे सोढी कौल साहब भी अपने आप नूं गुरु सदांदे सन, गुरु अंश जो सन। इस करके कपूरा उन्होंने भी मनदा सी, गुरु साहब नूं भी मनदा सी। ते उत्थे सोढी कौल साहब दे पिंड मेला लगदा सी, जिवें आपां विसाखी दा, दिवाली दा गुरु घरां 'च जोड़ मेला करदे, मीणियां दे भी मेला लगदा सी। वो भी गुरबाणी पढ़दे सन, कीर्तन करदे सन, इदां ही लंगर चलदे सन। उन्हां दी मर्यादा भी नाम बाणी वाली तां है ही सी ना। सोढी कौल साहब दे कोल मेला ढिलवीं लगा सी। सुन कै सिंगन सरब सोढी कौल सो मंजी लाए। सोढी कौल साहब मंजी ला के गद्दी ला के बैठते सन, जिवें गुरु गोबिंद सिंह जी महाराज गद्दी ला के बैठते ते सिंह आके मत्था टेकते सन, इदां सोढी कौल साहब भी मंजी ला के बैठते सन। ते कपूरा ते बराड़ ते उस मालवे दे लोग आके उन्हां नूं गुरु जान के मत्था टेकते सन। बैठे भेटां लोक चढ़ाए। बाबा कौल साहब जी गद्दी ते बैठ जांदे ते लोग आ के भेटां चढ़ांदे चरनां दे विच। ताहां कपूरा भी चल गयो। उत्थे कपूरा भी साध संगत जी मेले च आया। कपूरा क्योंकि उन्होंने भी मनदा सी, सोढी कौल साहब दा बड़ा भगत सीगा कपूरा, इस करके उन्होंने भी मिलिया जाके। केचित सुभट संग महल लयो। कपूरा अपने नाल कुछ बंदे बंदूकां वाले, बरछियां वाले, तलवारां वाले, घोड़सवार भी रखदा सी, सरदार सी, चौधरी सीगा। अपनी फौज समेत वो उत्थे पहुंचिया है। बैरी बरगाड़ी तिस केरे। जिहड़े बरगाड़ी वाले सन, अज इत्थे हुण पिछे जी महाराज दी बेअदबी होई ना, बरगाड़ी कांड, उत्थों दे जिहड़े जिमीदार सन वो कपूरे नाल लगदे सन, शरीका सीगा। कहते चाचे तायां दे आपस विच दादियां तो एक परिवार सी इन्हां दा, बाद जमीनां दा झगड़े हो गए। कपूरे दे बंदियां ने बरगाड़ी वालियां दा बंदा मार दिता। उन्हां दे मन च रड़क सी कि भी साडा बंदा मारिया। खैबाजी सी चलदी आ रही सी, आपस विच दोवें पासियां तो लड़ाइयां पहलां भी हुंदियां रहियां। ये दोवें पार्टियां उत्थे मेले च आ गईयां, यानी कपूरा भी आ गया ते कपूरे दे शरीक बरगाड़ी वाले भी ढिलवी मेले च आ गए। बैरी बरगाड़ी तिस केरे। बरगाड़ी वाले दुश्मन सीगे ओदे। हुतो शरीका मरे अगेरे। शरीका सीगा, आपस च अगे भी बंदे दोवां पासियां तो मरे हुए सन, गोली चलदी रहिंदी सी। कदी बरगाड़ी वालियां दे बंदे कपूरा मार दिंदा सी ते कदी कपूरे दे बंदे बरगाड़ी वाले मार दिंदे सी। सो भी चले आए बिच मेले। वो बरगाड़ी वाले भी मेले ते बाबे कौल साहब नूं मत्था टेकण आ गए। जिन्हों दुहेले होए न मेले। मेला बड़ा तगड़ा सीगा, बड़े लोग इकट्ठे होए सी, हज़ारां बंदे मालवे दे मेले ते आए हुए सन।
ਇਹ ਦੋਵੇਂ ਪਾਰਟੀਆਂ ਆ ਗਈਆਂ ਤੇ ਖਹਿਬਾਜੀ ਦੋਵਾਂ ਦੀ ਆਪਸ ਵਿੱਚ ਬੜੀ ਸੀ। ਪਾਨ ਸ਼ਰਾਬ ਕਰੀ ਦਿਸ਼ ਦਊ। ਤੇ ਫਿਰ ਸ਼ਰਾਰਤ ਵਾਲਾ ਪਾਣੀ ਪੀ ਲਿਆ, ਸ਼ਰਾਬਾਂ ਪੀ ਲਈਆਂ ਤੇ ਸ਼ਰਾਬ ਖਾਨਾ ਖਰਾਬ। ਜਿੱਥੇ ਸ਼ਰਾਬ ਆਏਗੀ ਉੱਥੇ ਲੜਾਈ ਹੋਣੀ ਕਲਾ ਕਲੇਸ਼ ਹੋਣੀ ਹੈ। ਉੱਥੇ ਭੂਤ ਪ੍ਰੇਤ ਹੀ ਨੱਚਣੇ ਹੁੰਦੇ ਆ। ਤੋ ਸ਼ਰਾਬ ਪੀ ਲਈ ਦੋਵਾਂ ਪਾਰਟੀਆਂ ਨੇ। ਪਾਛਲ ਬੈਰ ਚਿਤਾਰਤ ਸੋ। ਤੇ ਪਿਛਲੀ ਦੁਸ਼ਮਣੀ ਚੇਤੇ ਕਰ ਲਈ। ਇਹਨਾਂ ਨੇ ਸਾਡੇ ਬੰਦੇ ਮਾਰੇ, ਉਹਨਾਂ ਨੇ ਕਿਹਾ ਸਾਡੇ ਇਹਨਾਂ ਨੇ ਮਾਰੇ। ਆਪਸ ਵਿੱਚ ਲੱਗਦੀ ਸੀਗੀ। ਉਹ ਸ਼ਰਾਬ ਪੀਂਦਿਆਂ ਨਸ਼ਾ ਚੜਿਆ ਦਿਮਾਗ ਨੂੰ, ਦਿਮਾਗ ਪੁੱਠਾ ਹੋ ਗਿਆ ਦੋਵਾਂ ਦਾ। ਪ੍ਰਥਮ ਕਰਿਓ ਬਕਬਾਦ ਬਿਸਾਲਾ। ਪਹਿਲਾਂ ਤਾਂ ਗਾਲਾਂ ਇੱਕ ਦੂਜੀ ਨੂੰ ਕੱਢੀਆਂ, ਇੱਕ ਦੂਜੀ ਦੇ ਖੰਗੂਰੇ ਮਾਰੇ, ਗੱਲ ਛਿੜਦੀ ਗਈ। ਜਦੋਂ ਗੱਲ ਬਹੁਤੀ ਵੱਧ ਗਈ, ਲੜਾਈ ਸ਼ੁਰੂ ਹੋ ਗਈ। ਗਾਰ ਨਿਕਾਰਤ ਭੇਜ ਸਕਾਲਾ। ਜਦੋਂ ਇੱਕ ਦੂਜੀ ਨੂੰ ਗਾਲਾਂ ਕੱਢੀਆਂ ਤੇ ਗੁੱਸਾ ਵੱਧ ਗਿਆ। ਬੜੀ ਸਪਰਧਾ ਦੋਏ ਦਿਸ਼ ਕੇਰੀ। ਦੋਵਾਂ ਪਾਸਿਆਂ ਤੋਂ ਈਰਖਾ ਵੱਧ ਗਈ, ਦੁਸ਼ਮਣੀ ਵੱਧ ਗਈ। ਆਯੁਧ ਲਗੇ ਝਲਨ ਤਿਸ ਵੇਰੀ। ਮੇਲੇ 'ਚ ਗੋਲੀ ਚੱਲ ਪਈ, ਮੇਲੇ 'ਚ ਡਾਂਗਾਂ ਸੋਟੇ ਗੰਡਾਸੀਆਂ ਚੱਲ ਪਈਆਂ। ਜਵਾਲਾ ਬੰਮਣੀ ਬਰਿੰਦ ਚਲਾਈ। ਦੋਵਾਂ ਪਾਸਿਆਂ ਕੋ ਬੰਦੂਕਾਂ ਸਨ, ਬਰਛੇ ਸਨ, ਗੰਡਾਸੇ ਸਨ। ਆਪਸ ਇੱਕ ਦੂਜੀ ਨੂੰ ਵੱਢਣ ਲੱਗੇ। ਬਰਗਾੜੀ ਵਾਲੇ ਤੇ ਕੋਟਕਪੂਰੇ ਵਾਲੇ ਦੋਵੇਂ ਸ਼ਰੀਕ ਲੜਦੇ ਹਨ। ਮਰੇ ਕਿਤਕ ਮੱਚ ਭਰੀ ਲੜਾਈ। ਐਨੀ ਲੜਾਈ ਮਚੀ ਬਰਗਾੜੀ ਵਾਲਿਆਂ ਦੀ ਤੇ ਕੋਟਕਪੂਰੇ ਵਾਲਿਆਂ ਦੀ ਵੀ ਬਹੁਤੇ ਬੰਦੇ ਦੋਵਾਂ ਪਾਸਿਆਂ ਦੇ ਮਾਰੇ ਗਏ। ਜਾਣਿਓ ਸਾਹਿਬ ਕੌਲ ਬਖੇਰਾ। ਸੋਢੀ ਕੌਲ ਸਾਹਿਬ ਜੀ ਕਿਉਂਕਿ ਉਸ ਮੇਲੇ ਦੇ ਪ੍ਰਬੰਧਕ ਸਨ, ਉੱਥੋਂ ਦੇ ਉਹ ਮਹੰਤ ਸਨ, ਉਹ ਗੁਰੂ ਕਹਾਉਂਦੇ ਸਨ ਆਪਣੇ ਆਪ ਨੂੰ। ਬਾਬਾ ਪਿਰਥੀ ਚੰਦ ਜੀ ਦੇ ਪੜਪੋਤਰੇ ਗੁਰੂ ਰਾਮਦਾਸ ਜੀ ਦੀ ਅੰਸ-ਬੰਸ, ਉਹ ਉੱਥੇ ਗੁਰੂ ਬਣ ਕੇ ਬੈਠੇ ਸਨ। ਤੇ ਉਹਨਾਂ ਨੇ ਵੇਖਿਆ ਵੀ ਮੇਰਾ ਤਾਂ ਮੇਲਾ ਉਜਾੜਤਾ ਇਹਨਾਂ ਮੂਰਖਾਂ ਨੇ ਸ਼ਰਾਬ ਪੀ ਕੇ। ਉਹਨਾਂ ਨੇ ਜਦੋਂ ਬਖੇੜਾ ਵੇਖਿਆ, ਬਿਗੜਿਓ ਮੇਲਾ ਤਰਾਸ ਵਡੇਰਾ। ਉਹਨਾਂ ਨੇ ਸੋਚਿਆ ਵੀ ਮੇਲਾ ਵਿਗੜ ਗਿਆ, ਮੇਰੀ ਸੰਗਤ ਜਿਹੜੀ ਮੱਥਾ ਟੇਕਣ ਆਈ ਹੈ ਉਹ ਵੀ ਡਰ ਜੇਗੀ। ਕੱਲ ਨੂੰ ਕਿਸੇ ਨੇ ਗੁਰਦੁਆਰੇ ਮੱਥਾ ਟੇਕਣ ਨਹੀਂ ਆਉਣਾ ਵੀ ਇੱਥੇ ਤਾਂ ਲੜਾਈ ਹੁੰਦੀ ਆ। ਸੋਢੀ ਕੌਲ ਸਾਹਿਬ ਜੀ ਨੇ ਆਪੈ ਰਾਮ ਨੰਦਨ ਸ਼੍ਰੀ ਰਾਮ ਕਹਿੰਦੇ ਬਾਬਾ ਕੌਲ ਸਾਹਿਬ ਦੇ ਪੁੱਤਰ ਸਨ ਅਭੈ ਰਾਮ ਤੇ ਅਭੈ ਰਾਮ ਦੇ ਪੁੱਤਰ ਸਨ ਸ੍ਰੀ ਰਾਮ। ਇਹ ਬੰਸ ਗੁਰੂ ਰਾਮਦਾਸ ਸਾਹਿਬ ਜੀ ਸੋਢੀ ਚਲੀ ਆ ਰਹੀ ਹੈ। ਬਾਬਾ ਪਿਰਥੀ ਚੰਦ ਜੀ ਦੇ ਪੋਤਰੇ ਕੌਲ ਸਾਹਿਬ ਤੇ ਕੌਲ ਸਾਹਿਬ ਦਾ ਪੋਤਰਾ ਅਗੋਂ ਸ੍ਰੀ ਰਾਮ। ਭੇਟਿਓ ਜੁੱਧ ਹਟੈ ਬੇਕਾਮ। ਭੇਜਿਓ ਜੁੱਧ ਹਟੈ ਬੇਕਾਮ। ਬਾਬਾ ਸ੍ਰੀ ਰਾਮ ਜੀ ਨੂੰ ਆਪਣੇ ਪੋਤਰੇ ਨੂੰ ਬਾਬਾ ਕੌਲ ਸਾਹਿਬ ਨੇ ਭੇਜਿਆ। ਉਹ 18-20 ਸਾਲਾਂ ਦਾ ਗੱਭਰੂ ਸੀਗਾ। ਜਾ ਪੁੱਤਰ ਤੂੰ ਜਾ ਕੇ ਦੋਵਾਂ ਪਾਰਟੀਆਂ ਨੂੰ ਕਹੋ ਵੀ ਲੜਾਈ ਨਾ ਕਰਨ, ਕਿਉਂਕਿ ਸਾਰੇ ਸਮਝਦੇ ਸਨ ਵੀ ਗੁਰੂ ਕੇ ਸਾਹਿਬਜ਼ਾਦੇ ਨੇ, ਇਹਨਾਂ ਦਾ ਕਹਿਣਾ ਮੰਨਿਆ ਜਾਏਗਾ। ਬਾਬਾ ਸ੍ਰੀ ਰਾਮ ਜੀ ਦੋਵਾਂ ਪਾਰਟੀਆਂ ਨੂੰ ਹਟਾਉਣ ਵਾਸਤੇ ਲੜਾਈ ਦੇ ਮੈਦਾਨ 'ਚ ਆ ਗਏ। ਤਰਜਤ ਦੋਨੋਂ ਦਿਸ਼ਨ ਹਟਾਵੈਂ। ਸ੍ਰੀ ਰਾਮ ਜੀ ਨੇ ਦੋਵਾਂ ਨੂੰ ਝਿੜਕਿਆ, ਓਏ ਮੂਰਖੋ, ਗੁਰੂ ਘਰ 'ਚ ਲੜਾਈ ਕਰੀ ਦੀ ਹੈ, ਅਕਲ ਨੂੰ ਹੱਥ ਮਾਰੋ, ਆਪਣੇ ਹਥਿਆਰ ਸੁੱਟੋ। ਬਾਬਾ ਜੀ ਦੋਵਾਂ ਨੂੰ ਝਿੜਕਦੇ ਆ ਕਿਉਂਕਿ ਉਹਨਾਂ ਨੂੰ ਮਾਣ ਸੀ ਵੀ ਇਹ ਦੋਵੇਂ ਹੀ ਸਾਡੇ ਸ਼ਰਧਾਲੂ। ਆਪਸ ਦੁਸ਼ਮਣੀ ਹੈ ਪਰ ਗੁਰੂ ਘਰ ਨੂੰ ਤਾਂ ਬਰਾਬਰ ਹੀ ਸਤਿਕਾਰ ਦਿੰਦੇ ਆ। ਇਸ ਕਰਕੇ ਸ੍ਰੀ ਰਾਮ ਜੀ ਨੇ ਦੋਵਾਂ ਪਾਰਟੀਆਂ ਦੇ ਬੰਦਿਆਂ ਨੂੰ ਲੜਾਈ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਹੈ। ਗੁਰ ਘਰ ਮੈਂ ਕਿਮ ਜੰਗ ਮਚਾਵੈਂ। ਓਏ ਗੁਰੂ ਨਾਨਕ ਦਾ ਘਰ ਹੈ, ਗੁਰੂ ਰਾਮਦਾਸ ਦਾ ਘਰ ਹੈ, ਤੁਸੀਂ ਇੱਥੇ ਲੜਾਈ ਕਰ ਰਹੇ ਹੋ। ਨਿਜ ਘਰ ਗਮਨੋ ਕਰੋ ਲੜਾਈ। ਜੇ ਲੜਨਾ ਮਰਨਾ ਆਪਣੇ ਘਰ ਚਲੇ ਜਾਓ, ਉੱਥੇ ਜਾ ਕੇ ਲੜ ਲਓ। ਗੁਰੂ ਘਰ ਦਾ ਕਿਉਂ ਰਸ ਖਰਾਬ ਕਰਦੇ ਹੋ? ਸੰਗਤਾਂ ਕੀਰਤਨ ਸੁਣਨ ਆਈਆਂ ਨੇ, ਗੁਰੂ ਕੇ ਜੋੜ ਮੇਲੇ ਭਰੇ ਨੇ ਤੇ ਤੁਸੀਂ ਮੂਰਖੋ ਇੱਥੇ ਲੜਾਈ ਕਰਕੇ ਮੇਲਾ ਖਰਾਬ ਕਰ ਰਹੇ ਹੋ। ਹਟ ਜਾਵੋ ਕਿਉਂ ਧੂਮ ਮਚਾਈ। ਹਟ ਜਾਓ ਪਿੱਛੇ, ਲੜਾਈ ਨਾ ਕਰੋ, ਇੱਥੇ ਗੁਰੂ ਘਰ ਦੀ ਬੇਅਦਬੀ ਨਾ ਕਰੋ। ਇਤ ਉਤ ਬਰਜਤ ਤਰਜਤ ਵਿਚਰਤ। ਬਾਬਾ ਸ੍ਰੀ ਰਾਮ ਜੀ ਸੰਗਤ ਨੂੰ ਰੋਕਦੇ ਫਿਰਦੇ ਆ, ਝਿੜਕਦੇ ਆ। ਜਿਹੜੇ ਉਹ ਬੰਦੇ ਲੜਨ ਵਾਲੇ ਸਨ ਉਹਨਾਂ ਨੂੰ, ਜਿਹੜੇ ਬੰਦੂਕਾਂ ਚਲਾ ਰਹੇ ਸਨ, ਡਾਂਗਾਂ ਸੋਟੀਆਂ ਚਲਾ ਰਹੇ ਸਨ, ਉਹਨਾਂ ਨੂੰ ਬਾਬਾ ਸ੍ਰੀ ਰਾਮ ਉਹਨਾਂ ਦੇ ਵਿੱਚ ਵੜ ਕੇ ਬਈ ਇਹ ਹਟ ਜਾਣ, ਲੜਾਈ ਨਾ ਕਰਨ, ਰੋਕਦਾ ਫਿਰਦਾ ਸੀ। ਇਤ ਉਤ ਬਰਜਤ ਤਰਜਤ ਵਿਚਰਤ ਭਏ ਸ਼ਰਾਬੀ ਰਿਪ ਅਤ ਹੱਤ ਮਤ। ਭਏ ਸ਼ਰਾਬੀ, ਪਰ ਸ਼ਰਾਬ ਇਹੋ ਜੀ ਨਾ ਗੁਰੂ ਵੇਖੇ ਨਾ ਪੀਰ। ਆਖੋ ਸ੍ਰੀ ਵਾਹਿਗੁਰੂ। ਨਾ ਆਪਣਾ ਵੇਖੇ
ਨਾ ਬਗਾਨਾ। ਕਹਿੰਦੇ ਮਤ ਬੁੱਧੀ ਭ੍ਰਿਸ਼ਟ ਕਰ ਦਿੰਦੀ ਹੈ ਸ਼ਰਾਬ। ਮੰਨਦੇ ਸੀ ਵੀ ਸਾਡਾ ਗੁਰੂ ਹੈ, ਇਹ ਵੀ ਪਤਾ ਸੀ ਵੀ ਸਾਡੇ ਗੁਰੂ ਦਾ ਪੋਤਰਾ ਹੈ ਬਾਬਾ ਸ੍ਰੀ ਰਾਮ, ਪਰ ਪਰਦਾ ਪੈ ਗਿਆ ਮਤ ਦੇ ਉੱਤੇ। ਜਵਾਲਾ ਬੰਮਣੀ ਤਾਕ ਚਲਾਈ। ਕਿਸੇ ਸ਼ਰਾਬੀ ਨੇ ਆਖਿਆ ਤੂੰ ਕੌਣ ਹੁੰਦਾ ਸਾਨੂੰ ਰੋਕਣ ਵਾਲਾ? ਸਿੱਧੀ ਗੋਲੀ ਬਾਬੇ ਸ੍ਰੀ ਰਾਮ ਨੂੰ ਮਾਰ ਦਿੱਤੀ। ਬਾਬੇ ਸ੍ਰੀ ਰਾਮ ਨੂੰ ਨਿਸ਼ਾਨਾ ਬਣਾ ਲਿਆ। ਹੱਥ ਦੀਨੋ ਸ਼੍ਰੀ ਰਾਮ ਗਿਰਾਈ। ਬਾਬਾ ਸ੍ਰੀ ਰਾਮ ਦੀ ਛਾਤੀ 'ਚ ਗੋਲੀ ਵੱਜੀ ਤੇ ਉਹ ਨੌਜਵਾਨ ਧੜੰਮ ਕਰਕੇ ਧਰਤੀ ਤੇ ਡਿੱਗਾ ਤੇ ਚਲਾਣਾ ਕਰ ਗਿਆ। ਸੁਨ ਮਾਨਵ ਤਬ ਦੌੜੇ ਗਏ। ਜਦੋਂ ਵੇਖਿਆ ਬਾਬਾ ਕੌਲ ਦਾ ਪੋਤਰਾ ਨੌਜਵਾਨ ਬੱਚਾ ਮਾਰ ਦਿੱਤਾ ਹੈ, ਦੌੜੇ ਗਏ ਸੇਵਾਦਾਰ ਸੋਢੀ ਕੌਲ ਸਾਹਿਬ ਦੇ ਕੋਲ। ਮਰਿਓ ਉਠਾਏ ਸੋ ਲਿਆਵਤ ਭਏ। ਨੌਜਵਾਨ ਮਰਿਆ ਪਿਆ ਚੁੱਕ ਕੇ ਲਿਆਂਦਾ, ਬਾਬੇ ਸਾਹਿਬ ਦੇ ਅੱਗੇ ਰੱਖ ਦਿੱਤਾ ਕੌਲ ਸਾਹਿਬ ਦੇ। ਸੋਢੀ ਅਪਰ ਗਏ ਤੇ ਰਿਸ ਭਰ ਕੇ। ਸੋਢੀਆਂ ਨੂੰ ਸਾਰਿਆਂ ਨੂੰ ਗੁੱਸਾ ਚੜ ਗਿਆ। ਸਾਰੇ ਸੋਢੀ ਗੁੱਸੇ 'ਚ ਆ ਗਏ ਵੀ ਸਾਡਾ ਬੱਚਾ ਕਿਉਂ ਮਾਰ ਦਿੱਤਾ? ਲੜਾਈ ਤੇ ਨਾ ਮੂਰਖਾਂ ਦੀ ਆਪਣੀ ਹੈ, ਤੇ ਸਾਡੇ ਘਰ ਆ ਕੇ ਲੜਾਈ ਕੀਤੀ ਤੇ ਸਾਡਾ ਹੀ ਬੱਚਾ ਮਾਰ ਦਿੱਤਾ। ਸੋਢੀਆਂ ਨੂੰ ਵੀ ਗੁੱਸਾ ਚੜ ਗਿਆ। ਵਰਜਤ ਤਰਜਤ ਗਾਰ ਨਿਕਰ ਕੇ। ਤੇ ਸੋਢੀਆਂ ਨੇ ਵਰਜਿਆ ਵੀ, ਗਾਲਾਂ ਵੀ ਕੱਢੀਆਂ, ਲਾਹਨਤਾਂ ਪਾਈਆਂ। ਓਏ ਮੂਰਖੋ, ਪਾਪੀਓ, ਗੁਰੂ ਘਰ ਜਾ ਕੇ ਲੜਾਈ ਕਰਦੇ ਹੋ, ਗੁਰੂ ਕੇ ਸਿੱਖ ਮਾਰ ਦਿੱਤੇ, ਬਾਬੇ ਦਾ ਪੋਤਰਾ ਮਾਰ ਦਿੱਤਾ। ਏਦਾਂ ਉਹਨਾਂ ਨੇ ਜਦੋਂ ਰੌਲਾ ਪਾਇਆ, ਸ੍ਰੀ ਰਾਮ ਸੰਸਕਾਰਨ ਲਾਗੇ। ਬਾਬੇ ਸ੍ਰੀ ਰਾਮ ਦਾ ਸੰਸਕਾਰ ਕਰਨਾ ਪੈ ਗਿਆ। ਨੌਜਵਾਨ ਅਜੇ ਦਾੜੀ ਵੀ ਨਹੀਂ ਸੀ ਆਈ ਮੂੰਹ ਦੇ ਉੱਤੇ, ਬੜਾ ਸੋਹਣਾ ਸੁਨੱਖਾ ਜਵਾਨ ਸੀ, ਗੋਲੀ ਨਾਲ ਮਾਰ ਦਿੱਤਾ। ਉਹਦਾ ਹੁਣ ਸੰਸਕਾਰ ਕਰਨਾ ਪਿਆ ਸੋਢੀ ਕੌਲ ਸਾਹਿਬ ਨੂੰ। ਖਰੋ ਕੌਲ ਬਹੁ ਸੰਕਟ ਪਾਗੇ। ਆ ਕਹਿੰਦੇ ਸੋਢੀ ਕੌਲ ਬੜਾ ਦੁਖੀ, ਕਿਉਂ? ਜਵਾਨ ਪੋਤਰਾ ਮਾਰਿਆ ਗਿਆ। ਬੜਾ ਦੁੱਖ ਲੱਗਾ ਮਨ ਨੂੰ, ਬੜਾ ਪਰੇਸ਼ਾਨ ਹੋਇਆ ਬਾਬਾ ਕੌਲ ਸਾਹਿਬ। ਬੋਲਿਓ ਨਹੀਂ ਦਾਹੋ ਇਹ ਕਰੀਏ। ਤੇ ਕਹਿਣ ਲੱਗਾ ਇਹਦਾ ਸੰਸਕਾਰ ਨਾ ਕਰੋ, ਆਪਰ ਬਿਗਨ ਕੁਛ ਹੋਏ ਵਿਚਰੀਏ। ਅਜੇ ਰੁਕ ਜਾਓ, ਮੈਨੂੰ ਲੱਗਦਾ ਹੋਰ ਬਿਗਨ ਪੈਣ ਵਾਲਾ, ਕਿਉਂਕਿ ਇਹ ਵੀ ਗੁਰੂ ਰਾਮਦਾਸ ਦੀ ਅੰਸ-ਬੰਸ ਸੀ। ਕੋਈ ਨਿਤਨੇਮ ਬਾਣੀ ਪੂਜਾ ਪਾਠ ਸੇਵਾ ਸਿਮਰਨ ਤਾਂ ਕਰਦੇ ਹੀ ਸੀਗੇ, ਕਲਗੀਧਰ ਪਾਤਸ਼ਾਹ ਦੀ ਸੇਵਾ ਵੀ ਕੀਤੀ ਸੀ। ਇਸ ਕਰਕੇ ਕੁਝ ਅਨੁਭਵ ਹੋਇਆ, ਮਹਿਸੂਸ ਹੋਇਆ। ਕਹਿਣ ਲੱਗਾ ਮੈਨੂੰ ਲੱਗਦਾ ਕੋਈ ਹੋਰ ਕਾਰਾ ਹੋਣ ਵਾਲਾ, ਰੁਕ ਜਾਓ ਜੇ ਸੰਸਕਾਰ ਨਾ ਕਰੋ। ਤਾਤੀ ਬਾਏ ਲੱਗੈ ਮੁਝ ਅੰਗ। ਮੈਨੂੰ ਤੱਤੀ ਹਵਾ ਲੱਗ ਰਹੀ ਹੈ, ਮੈਨੂੰ ਲੱਗ ਰਿਹਾ ਵੀ ਕੋਈ ਹੋਰ ਭਾਣਾ ਵਰਤਣ ਵਾਲਾ ਹੈ, ਇਸ ਤੋਂ ਵੀ ਵੱਡਾ ਕੋਈ ਹੋਰ ਸਾਕਾ ਹੋਣ ਵਾਲਾ ਹੈ। ਤਹ ਗੁਰ ਮਾਰੇ ਠਾਨਤ ਜੰਗ। ਉਹ ਗੁਰੂ ਮਾਰੇ ਜੰਗ ਕਰ ਰਹੇ ਨੇ ਗੁਰੂ ਘਰ ਜਾ ਕੇ। ਗੁਰੂ ਘਰ ਜਾ ਕੇ ਕਥਾ ਸੁਣੀ ਦੀ ਹੈ, ਕੀਰਤਨ ਸੁਣੀ ਦਾ ਹੈ, ਬਾਣੀ ਪੜ੍ਹੀ ਦੀ ਹੈ, ਨਾਮ ਜਪੀ ਦਾ ਹੈ, ਸੇਵਾ ਕਰੀ ਦੀ ਹੈ, ਲੰਗਰ ਛਕੀ ਦਾ, ਘਰ ਨੂੰ ਜਾਈਦਾ। ਇਹ ਸ਼ਰਾਬਾਂ ਪੀਂਦੇ ਗੁਰੂ ਘਰ ਜਾ ਕੇ, ਤੇ ਗੁਰੂ ਘਰ ਜਿਨ੍ਹਾਂ ਨੇ ਬੰਦੇ ਮਾਰ ਦਿੱਤੇ, ਮੇਰਾ ਪੋਤਰਾ ਮਾਰ ਦਿੱਤਾ। ਸੋਢੀ ਕੌਲ ਸਾਹਿਬ ਬੜੇ ਦੁਖੀ ਖੜੇ ਸਨ। ਪੋਤਰੇ ਦੇ ਸੰਸਕਾਰ ਦੀ ਅਜੇ ਗੱਲ ਚੱਲ ਰਹੀ ਸੀ। ਕਹਿੰਦਾ ਰੁਕੋ, ਅਜੇ ਮੈਨੂੰ ਲੱਗਦਾ ਕੁਝ ਹੋਰ ਕਾਰਾ ਹੋਣ ਵਾਲਾ ਹੈ। ਤਹ ਗੁਰ ਮਾਰੇ ਠਾਨਤ ਜੰਗ। ਮਮ ਪਰਿਵਾਰ ਹਟਾਵਨ ਗਇਓ। ਮੇਰਾ ਪੋਤਰਾ ਹਟਾਣ ਗਿਆ ਹੈ। ਮਹਿਤ ਬਖੇਰਾ ਮਿਲ ਉਪਜਿਓ। ਕਹਿੰਦੇ ਵੱਡਾ ਬਖੇੜਾ ਪਾਤਾ, ਮੇਰਾ ਪੋਤਰਾ ਮਾਰ ਦਿੱਤਾ ਇਹਨਾਂ ਨੇ। ਇਤਨੇ ਮੈਂ ਨਰ ਦੌੜਤ ਆਵਾ। ਕਹਿੰਦੇ ਇਹਨੇ ਨੂੰ ਇੱਕ ਬੰਦਾ ਹੋਰ ਦੌੜਿਆ ਆਇਆ ਤੇ ਉਹਨੇ ਸੋਢੀ ਕੌਲ ਸਾਹਿਬ ਨੂੰ ਦੁੱਖ ਭਰੀ ਖਬਰ ਦੁਬਾਰਾ ਸੁਣਾਈ। ਕੌਲ ਸਮੀਪ ਦੁਖਤ ਬਚ ਗਾਵਾ। ਸੋਢੇ ਕੌਲ ਦੇ ਕੋਲ ਆ ਕੇ ਬੜਾ ਦੁਖੀ ਹੋ ਕੇ ਬੋਲਿਆ, ਸ੍ਰੀ ਰਾਮ ਕੋ ਅਨੁਜ ਪ੍ਰਜਾਪਤ। ਕਿ ਬਾਬਾ ਜੀ ਸ੍ਰੀ ਰਾਮ ਦਾ ਪੁੱਤਰ ਵੀ ਮਾਰਿਆ ਗਿਆ ਹੈ, ਪ੍ਰਜਾਪਤ। ਉਹਦਾ ਨਾਂ ਸੀ ਪ੍ਰਜਾਪਤ। ਸ੍ਰੀ ਰਾਮ ਤੇ ਮਾਰਿਆ ਗਿਆ, ਉਹਦਾ ਛੋਟਾ ਜਿਹਾ ਬੱਚਾ ਸੀ, ਉਹ ਵੀ ਗੋਲੀ ਲੱਗੀ, ਮਾਰ ਦਿੱਤਾ। ਗੋਰੀ ਲਗੀ ਤੁਰਤ ਹੀ ਭਾ ਹੱਥ। ਉਹ ਵੀ ਮਰ ਗਿਆ ਹੈ। ਜਾਏ ਉਠਾਇਓ ਤਤ ਛਿਨ ਲਿਆਏ। ਉਹਨੂੰ ਉਠਾ ਕੇ ਲਿਆਏ ਹਨ। ਸਾਧ ਸੰਗਤ ਜੀ, ਇਹ ਬਚਨ ਇਉਂ ਹੋਇਆ ਸੀ ਕਿ ਜਦੋਂ 10ਵੇਂ ਪਾਤਸ਼ਾਹ ਮਹਾਰਾਜ ਨੂੰ ਸੋਢੀ ਕੌਲ ਸਾਹਿਬ ਨੇ ਕੱਪੜੇ ਦਿੱਤੇ ਨਾ, ਬਸਤਰ ਦਿੱਤੇ, ਤੇ ਉੱਥੇ ਕਪੂਰੇ ਦੀ ਗੱਲ ਚੱਲ ਪਈ। ਤੇ ਮਹਾਰਾਜ ਕਹਿੰਦੇ ਅਸੀਂ ਤੇ ਕਪੂਰੇ ਦੀਆਂ ਜੜ੍ਹਾਂ ਪੱਟਤੀਆਂ। ਇਹ ਬਚਨ ਚੱਲ ਪਿਆ। ਮਹਾਰਾਜ ਕਲਗੀਧਰ ਪਾਤਸ਼ਾਹ ਕਪੂਰੇ ਦੀਆਂ ਜੜ੍ਹਾਂ ਪੱਟਤੀਆਂ। ਸੋਢੀ ਕੌਲ ਸਾਹਿਬ ਕਹਿੰਦਾ ਉਹਦੀਆਂ ਜੜ੍ਹਾਂ ਤੇ ਮੇਰੇ ਪੇਟ ਵਿੱਚ ਨੇ, ਵੀ ਮੇਰਾ ਸਿੱਖ ਆ ਉਹ, ਵੀ ਮੈਂ ਉਹਦੀ ਰਾਖੀ ਕਰਾਂਗਾ, ਮੈਂ ਵੀ ਗੁਰੂ ਆ
ਤੇ ਬਰਾਬਰ ਭਰਾ ਲੱਗਦੇ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਵੀ ਗੁਰੂ ਰਾਮਦਾਸ ਜੀ ਦੇ ਗੁਰੂ ਅਰਜਨ ਦੇਵ ਜੀ ਦੇ ਪੜਪੋਤਰੇ ਆ, ਤੇ ਉਹ ਬਾਬੇ ਪਿਰਥੀ ਚੰਦ ਦਾ ਪੜਪੋਤਰਾ। ਇੱਕੋ ਹੀ ਬਰਾਬਰ ਗੁਰੂ ਰਾਮਦਾਸ ਦੇ ਪਰਿਵਾਰਾਂ ਵਿੱਚੋਂ ਉਨੀ ਕੁ ਰਿਸ਼ਤਾ। ਉਹ ਕਹਿੰਦਾ ਮੈਂ ਉਹਦੀਆਂ ਜੜ੍ਹਾਂ ਮੇਰੇ ਪੇਟ ਵਿੱਚ ਨੇ, ਤੇ ਕਲਗੀਧਰ ਕਹਿੰਦੇ ਤੇਰਾ ਪੇਟ ਪਾੜ ਕੇ ਕੱਢ ਦਿਆਂਗੇ। ਇਹ ਬਚਨ ਹੋ ਗਿਆ। ਉਹ ਪੇਟ ਕਿਵੇਂ ਪਾੜਿਆ? ਆਹ ਵੇਖੋ, ਬਾਬੇ ਕੌਲ ਦੇ 2 ਬੱਚੇ ਇਸ ਲੜਾਈ ਵਿੱਚ ਮਾਰੇ ਗਏ ਨੇ। ਸਭ ਸੋ ਡੀਨ ਕਸ਼ਟ ਬਹੁ ਪਾਏ, ਸਾਰੇ ਸੋਢੀ ਬੜੇ ਕਸ਼ਟ ਵਿੱਚ ਹਨ, ਬੜੇ ਦੁਖੀ ਹਨ। ਦੋਨੋਂ ਕੋ ਇਕੱਠੇ ਸੰਸਕਾਰਾ, ਇਕੱਠਿਆਂ ਦਾ ਰਾਮ ਸ੍ਰੀ ਰਾਮ ਦਾ ਤੇ ਪ੍ਰਜਾਪਤੀ ਦਾ ਇਕੱਠਾ ਸੰਸਕਾਰ ਹੋਇਆ। ਅਭੈ ਰਾਮ ਤਬ ਸਰਾਪ ਉਚਾਰਾ, ਤੇ ਇਹਨਾਂ ਦਾ ਪਿਓ ਸੀ ਅਭੈ ਰਾਮ, ਕੌਲ ਦਾ ਪੁੱਤਰ। ਉਹਨੇ ਸਰਾਪ ਦਿੱਤਾ, ਮਮ ਨੰਦਨ ਤੈ ਮਾਰੇ ਦੋਏ, ਓਏ ਕਪੂਰਿਆ ਤੂੰ ਮੇਰੇ 2 ਪੁੱਤਰ ਮਰਵਾਤੇ ਨੇ। ਇਸ ਅਗ ਕੋ ਫਲ ਇਮ ਤੁਝ ਹੋਏ, ਤੈਨੂੰ ਇਸ ਪਾਪ ਦਾ ਇਹ ਫਲ ਮਿਲੇਗਾ। ਪੂਰਬ ਸਰਾਪ ਦਸਮ ਪਾਤਸ਼ਾਹ, ਪਹਿਲਾਂ ਤੈਨੂੰ 10ਵੇਂ ਪਾਤਸ਼ਾਹ ਸਰਾਪ ਦੇ ਗਏ ਨੇ, ਤੇ ਮੈਂ ਵੀ ਤੈਨੂੰ ਸਰਾਪ ਦੇਣਾ ਆ। ਮਰੈ ਤੁਰਕ ਤੇ ਲੈ ਕਰ ਫਾਹਾ, ਉਹ ਵੀ ਕਹਿ ਗਏ ਸੀ ਵੀ ਤੈਨੂੰ ਤੁਰਕ ਫਾਹੇ ਲਾਣਗੇ, ਤੇ ਮੈਂ ਵੀ ਤੈਨੂੰ ਕਹਿਣਾ ਵੀ ਤੈਨੂੰ ਤੁਰਕ ਫਾਹੇ ਹੀ ਲਾਣਗੇ। ਉਧਰੋਂ 10ਵੇਂ ਪਾਤਸ਼ਾਹ ਮਹਾਰਾਜ ਕਹਿਤਾ ਸੀ ਵੀ ਤੈਨੂੰ ਤੁਰਕ ਫਾਹੇ ਲਾ ਕੇ ਮਾਰਨਗੇ। ਸੋਢੀ ਦੇ 2 ਪੁੱਤਰ ਮਰ ਗਏ, ਤੇ ਸੋਢੀ ਅਭੈ ਰਾਮ ਜੀ ਆਪਣੇ ਪੁੱਤਰਾਂ ਦੇ ਦੁੱਖ ਵਿੱਚ ਇਹ ਬਚਨ ਕਹਿੰਦੇ ਹਨ। ਖੇਹ ਤੋਬਰਾ ਬਦਨ ਚੜਾਵੈ ਹੈ, ਕਹਿ ਤੁਰਕ ਤੈਨੂੰ ਖੇਹ ਦਾ ਤੋਬਰਾ ਚਾੜ ਕੇ ਮੂੰਹ ਤੇ ਮਾਰਨਗੇ। ਮਰਤ ਸਮੇਂ ਇਸ ਬਿਦ ਦੁੱਖ ਪਾਵੈ ਹੈ, ਮਰਨ ਵੇਲੇ ਇਹੋ ਜਿਹਾ ਦੁੱਖ ਤੈਨੂੰ ਵੇਖਣਾ ਪਏਗਾ। ਮੋਹੇ ਸ਼ਰਾਬ ਤੇ ਜੜਾ ਹੈ ਤੁਹਾਰੀ, ਮੇਰਾ ਸਰਾਪ ਹੈ ਤੇਰੀਆਂ ਜੜ੍ਹਾਂ ਪੁੱਟੀਆਂ ਜਾਣ ਕਪੂਰਿਆ। ਉਖਰ ਗਈ ਸਗਰੀ ਇੱਕ ਬਾਰੀ, ਜਾਂ ਤੇਰੀਆਂ ਜੜ੍ਹਾਂ ਪੁੱਟੀਆਂ ਗਈਆਂ, ਤੂੰ ਗੁਰੂ ਕੇ ਘਰ ਵਿੱਚ ਆ ਕੇ ਲੜਾਈ ਕੀਤੀ ਹੈ। ਪਾਣੀ ਦੇਵਾ ਰਹਿ ਨ ਕੋਈ, ਤੈਨੂੰ ਪਾਣੀ ਦੇਣ ਵਾਲਾ ਕੋਈ ਨਹੀਂ ਰਹੇਗਾ। ਤੂੰ ਮੇਰੇ ਬੱਚੇ ਮਰਵਾਤੇ ਲੜਾਈ ਦੇ ਵਿੱਚ। ਇਮ ਸੰਕਟ ਵੱਡ ਤੁਮ ਕੋ ਹੋਈ, ਸੋਢੀ ਅਭੈ ਰਾਮ ਨੇ, ਕੌਲ ਦੇ ਪੁੱਤਰ ਨੇ ਦੁਖੀ ਹੋ ਕੇ ਇਹ ਹਾ ਦਾ ਨਾਰਾ ਮਾਰਿਆ। ਉਹਦੇ ਮਨ ਦੇ ਵਿੱਚੋਂ ਹੌਕਾ ਨਿਕਲਿਆ। ਸਾਧ ਸੰਗਤ ਜੀ, ਜਦੋਂ ਕੋਈ ਬੰਦਾ ਰੋ ਕੇ ਹੌਕਾ ਲੈ ਕੇ ਗੱਲ ਕਹਿੰਦਾ ਨਾ, ਉਹ ਜੜ੍ਹਾਂ ਪੁੱਟ ਦਿੰਦਾ, ਫਿਰ ਕੁਛ ਨਹੀਂ ਬਚਦਾ। ਏਦਾਂ ਸੋਢੀ ਅਭੈ ਰਾਮ ਜੀ ਜੋ ਕੌਲ ਦੇ ਪੁੱਤਰ ਸਨ, ਉਹਨਾਂ ਦੇ ਮੂੰਹ ਤੋਂ ਬਚਨ ਨਿਕਲਿਆ। ਭਇਓ ਸ਼ਰਾਪ ਸੁਣ ਕੇ ਪਛਤਾਇਓ, ਜਦੋਂ ਕਪੂਰੇ ਨੂੰ ਇਹ ਪਤਾ ਲੱਗਾ ਵੀ ਸੋਢੀ ਕੌਲ ਸਾਹਿਬ ਦੇ ਪੁੱਤਰ ਨੇ ਮੈਨੂੰ ਸ਼ਰਾਪ ਦੇ ਦਿੱਤਾ, ਬੜਾ ਦੁਖੀ ਹੋਇਆ ਕਪੂਰਾ, ਪਛਤਾਇਆ। ਬੋਹਰੋ ਕਿਤਕ ਕਾਲ ਬਿਤਾਇਓ, ਕੁਝ ਦਿਨ ਬੀਤੇ, ਘਰ ਆ ਗਿਆ ਕੋਟਕਪੂਰੇ। ਲੜਾਈ ਤਾਂ ਚਲੋ ਜਿਹੜੀ ਹੋਈ, ਬੰਦੇ ਮਾਰੇ ਗਏ। ਇਹ ਲੜਾਈ ਦੀ ਅਜੇ ਚਰਚਾ ਹੀ ਸੀ ਪਿੰਡਾਂ ਵਿੱਚ ਚੱਲ ਰਹੀ ਕਿ ਦੂਜਾ ਭਾਣਾ ਵਰਤ ਗਿਆ। ਜਿਹੜਾ ਕੋਟ ਈਸੇ ਤੁਸੀਂ ਸੁਣਿਆ ਹੋਣਾ, ਇੱਕ ਮੋਗੇ ਦੇ ਇਲਾਕੇ ਸ਼ਹਿਰ ਹੈ, ਉੱਥੋਂ ਦਾ ਇੱਕ ਰਾਜਾ ਸੀ ਈਸੇ ਖਾਂ ਮੰਝ। ਉਹਨੇ ਕੋਟਕਪੂਰੇ ਤੇ ਹਮਲਾ ਕਰ ਦਿੱਤਾ। ਈਸੇ ਖਾਨ ਮੰਝ ਚੜ ਆਇਓ, ਕੋਟ ਈਸੇ ਖਾਂ ਉਹ ਇੱਕ ਸ਼ਹਿਰ ਹੈ, ਛੋਟਾ ਜਿਹਾ ਉਹ ਕਸਬਾ ਹੈ ਹੁਣ ਤਾਂ। ਉੱਥੇ ਦਾ ਇੱਕ ਰਾਜਾ ਸੀ, ਉਹਦਾ ਨਾਂ ਸੀ ਈਸੇ ਖਾਂ ਮੰਝ। ਈਸੇ ਖਾਂ ਮੰਝ ਫੌਜਾਂ ਲੈ ਕੇ ਕੋਟਕਪੂਰੇ ਤੇ ਚੜ ਆਇਆ। ਘੇਰ ਕੂਟ ਤਿੰਨ ਜੰਗ ਮਚਾਇਓ, ਈਸੇ ਖਾਂ ਮੰਝ ਦੀ ਕਪੂਰੇ ਨਾਲ ਦੁਸ਼ਮਣੀ ਸੀ। ਉਹਨੇ ਕੋਟਕਪੂਰੇ ਨੂੰ ਘੇਰਾ ਪਾ ਲਿਆ ਤੇ ਜੰਗ ਸ਼ੁਰੂ ਕਰ ਦਿੱਤਾ। ਹੇਲ ਘਾਲ ਕਰ ਚੜ ਗਏ ਸੂਰਾ, ਕਹਿੰਦੇ ਈਸੇ ਖਾਨ ਮੰਝ ਦੇ ਸਿਪਾਹੀ ਬੜੇ ਲੜਾਕੇ ਤੇ ਫੁਰਤੀਲੇ ਸਨ। ਹੱਲਾ ਮਾਰ ਕੇ ਕਪੂਰੇ ਦੇ ਕਿਲੇ ਵਿੱਚ ਵੜ ਗਏ। ਘਾਸ ਪੁੰਜ ਮਹਿ ਦੁਰਿਓ ਕਪੂਰਾ, ਬਹੁਤ ਬੰਦੇ ਕਤਲ ਕਰ ਦਿੱਤੇ ਕਪੂਰੇ ਦੇ। ਤੇ ਕਪੂਰਾ ਡਰਦਾ ਮਾਰਾ ਘਾਹ ਦੇ ਵਿੱਚ ਨਾ ਪਰਾਲੀ 'ਚ ਲੁਕ ਗਿਆ। ਤੂੜੀ ਵਾਲੇ ਅੰਦਰ ਜਾ ਕੇ ਦੜ ਗਿਆ, ਲੁਕ ਗਿਆ। ਹਾਂਜੀ, ਈਸੇ ਖਾਨ ਭਨਿਓ ਵਿੱਚ ਹੈ, ਈਸੇ ਖਾਂ ਕਹਿਣ ਲੱਗਾ ਤਲਾਸ਼ੀ ਲਓ ਕਿਲੇ ਦੀ, ਇਹਦੇ ਵਿੱਚੋਂ ਗਿਆ ਨਹੀਂ, ਅਜੇ ਇੱਥੇ ਹੀ ਹੈ, ਆਪਾਂ ਛੱਡਣਾ ਨਹੀਂ ਉਹਨੂੰ। ਹਾਂਜੀ, ਖੋਜ ਲਿਹੋ ਨਾ ਭਾਗਨ ਲਹੈ, ਈਸੇ ਖਾਂ ਨੇ ਆਪਣੇ ਸਿਪਾਹੀਆਂ ਨੂੰ ਕਿਹਾ ਵੀ ਸਾਰਾ ਕਿਲੇ ਦਾ ਚੱਪਾ ਚੱਪਾ ਛਾਣੋ, ਕਮਰਿਆਂ ਦੀ, ਭੌਰਿਆਂ ਦੀ, ਤਹਿਖਾਨਿਆਂ ਦੀ ਸਭ ਤਲਾਸ਼ੀ ਲਓ, ਕਪੂਰਾ ਇੱਥੇ ਕਿਲੇ ਵਿੱਚ ਹੀ ਲੱਭੇਗਾ। ਇਤ ਉਤ ਖੋਜਿਓ ਲਿਓ ਨਿਕਾਸ, ਇੱਧਰ ਉੱਧਰ ਲੱਭ ਕੇ ਉਹਦੀ ਭਾਲ ਕੀਤੀ। ਗਹਿ ਕਰ ਆਨਿਓ ਤੂਰਨ ਪਾਸ, ਤੇ ਪਰਾਲੀ ਥੱਲੇ ਲੁਕਿਆ ਹੋਇਆ ਕਪੂਰਾ ਲੱਭ ਗਿਆ। ਜਦੋਂ ਕਪੂਰੇ ਨੂੰ ਫੜ ਕੇ ਈਸੇ ਖਾਂ ਮੰਝ ਦੇ ਸਾਹਮਣੇ ਪੇਸ਼ ਕੀਤਾ, ਦੇਖ ਪਠਾਨ ਭਨਿਓ ਤੂੰ ਸੂਰਾ, ਕਹਿੰਦੇ ਪਠਾਨ ਈਸੇ ਖਾਂ ਕਹਿਣ ਲੱਗਾ ਤੂੰ ਸੂਰਮਾ, ਤੂੰ ਕਹਿੰਦਾ ਮੈਂ ਸੂਰਮਾ, ਸੂਰਮਾ ਇਵੇਂ ਥੋੜਾ ਹੁੰਦਾ, ਸੂਰਮਾ ਦੇ ਰਣ ਤੱਤੇ ਸਾਹਮਣੇ ਆ ਕੇ ਜੂਝਦਾ ਤੇ ਤੂੰ ਲੁਕ ਕੇ
ਕਾਇਰਾਂ ਦੀ ਤਰ੍ਹਾਂ ਬੁਝਦੀ ਨਾ ਥਾਂ ਜਾ ਕੇ ਪਰਾਲੀ ਥੱਲੇ ਲੁਕਿਆ ਹੋਇਆ। ਹਾਂਜੀ, ਇੱਲਾ ਕੁੱਕੜ ਵਾਂਗ ਕਪੂਰਾ। ਤੂੰ ਸੂਰਮਾਨੀ, ਤੂੰ ਇੱਲਾਂ ਦੇ ਕੁੱਕੜਾਂ ਵਰਗਾ ਹੈ, ਇੱਲਾਂ ਵਰਗਾ, ਕਾਵਾਂ ਵਰਗਾ। ਤੂੰ ਕਾਇਰ ਹੈ, ਤੂੰ ਬਾਜ ਨਹੀਂ, ਤੂੰ ਇੱਲ ਹੈ। ਹਾਂਜੀ, ਬਾਜ ਰੱਖਣ ਕੋ ਲਾਜ ਲਗਾਈ। ਤੂੰ ਬਾਜ ਰੱਖਿਆ ਸੀ। ਬਾਜ ਦੇ ਸੂਰਮੇ ਰੱਖਦੇ ਆ। ਬਾਜ ਰੱਖਣ ਦਾ ਮਤਲਬ ਹੁੰਦਾ ਵੀ ਡਰ ਪਰੇ ਸੁੱਟ ਦੇਣਾ। ਕਲਗੀਧਰ ਪਾਤਸ਼ਾਹ ਦਾ ਜਿਹੜਾ ਬਾਜ ਹੈ ਨਾ, ਇਸ ਗੱਲ ਦਾ ਪ੍ਰਤੀਕ ਹੈ ਵੀ ਅਸੀਂ ਸੂਰਮੇ ਆ, ਅਸੀਂ ਯੋਧੇ ਆ, ਭੈ ਤੋਂ ਰਹਿਤ ਆ। ਤੂੰ ਤੇ ਬਾਜ ਰੱਖ ਕੇ ਲਾਜ ਲਾਤੀ। ਜਦੋਂ ਸਮਾਂ ਆਇਆ ਤੇ ਤੂੰ ਕਾਇਰਾਂ ਤਰ੍ਹਾਂ ਮੌਤ ਨੂੰ ਵੇਖ ਕੇ ਲੁਕ ਗਿਆ। ਇਮ ਕਹਿ ਕੇ लिए कैद कराई। ਈਸੇ ਖਾਂ ਮੰਝ ਨੇ ਇਹ ਕਹਿ ਕੇ ਕਪੂਰੇ ਨੂੰ ਕੈਦ ਕਰ ਲਿਆ। ਈਸੇ ਖਾਨ ਕੂਚ ਕਰ ਦੀਨੀ। ਤੇ ਕੋਟ ਕਪੂਰੇ ਤੋਂ ਈਸੇ ਖਾਂ ਆਪਣੇ ਪਿੰਡ ਵੱਲ, ਜਿਹੜਾ ਕੋਟ ਈਸੇ ਖਾਂ ਹੈ, ਉਧਰ ਨੂੰ ਤੁਰ ਪਿਆ। ਜਿਤ ਜਾਨੋ ਸੋ ਮਾਰਗ ਲੀਨ। ਜਿਹੜਾ ਰਸਤਾ ਕੋਟ ਕਪੂਰੇ ਤੋਂ ਕੋਟ ਈਸੇ ਖਾਂ ਨੂੰ ਜਾਂਦਾ ਹੈ, ਮਾਲਵੇ ਦੇ ਜਿਹੜੇ ਸਿੰਘ ਉਧਰ ਗਏ, ਇਹਨਾਂ ਨੂੰ ਪਤਾ ਹੈ ਰਸਤਿਆਂ ਦਾ। ਉਹ ਇਲਾਕਾ ਅਸੀਂ ਤਾਂ ਸਾਰਾ ਵੇਖਦੇ ਰਹੇ, ਉਧਰ ਫਿਰਦੇ ਰਹੇ ਆ। ਉਹ ਜਦੋਂ ਰਸਤੇ 'ਚ ਜਾ ਰਿਹਾ ਸੀ ਲੈ ਕੇ, ਹਿਰਦੇ ਵਿਚਾਰ ਕਰਤ ਭਾ ਮਹਾ। ਅਜੇ 5-7 ਕਿਲੋਮੀਟਰ ਗਏ ਸੀਗੇ ਤੇ ਕੋਟ ਈਸੇ ਖਾਂ ਨਹੀਂ ਸੀ ਪਹੁੰਚੇ ਅਜੇ। ਰਸਤੇ ਦੇ ਵਿੱਚ ਈਸੇ ਖਾਂ ਦੇ ਮਨ 'ਚ ਖਿਆਲ ਆ ਗਿਆ, ਇਸ ਪਕੜੇ ਹੋਏ ਹਾਸਲ ਕਹਾਂ। ਇਹਨੂੰ ਫੜ ਕੇ ਲੈਣਾ ਕੀ ਹੈ, ਅਸੀਂ ਇਹਨੂੰ ਨਾਲ ਲਿਜਾ ਕੇ ਅਸੀਂ ਕੀ ਕਰਨਾ ਹੈ, ਇਹਦਾ ਚਾਰ ਪਾਣਾ ਕਹਿੰਦੇ, ਇਹਨੂੰ ਲਾਓ ਫਾਹੇ ਕਹਿੰਦਾ। ਹਾਂਜੀ, ਤਾਲ ਉਜਾੜ ਵਿਖਿਆ ਇੱਕ ਹੇਰਾ। ਇੱਕ ਤਲਾਬ ਵੇਖਿਆ ਉਜਾੜ ਜੰਗਲ ਦੇ ਵਿੱਚ। ਖਰੋ ਹੋਏ ਬੋਲਿਓ ਤਿਸ ਬੇਰਾ। ਕੋਟ ਈਸੇ ਖਾਂ ਦੇ ਜਰਨੈਲ ਈਸੇ ਖਾਂ ਨੇ ਆਪਣਾ ਘੋੜਾ ਰੋਕ ਲਿਆ ਤੇ ਪਠਾਨ ਈਸੇ ਖਾਂ ਬੋਲਿਆ, ਲਾਦਿਓ ਸੰਗ ਜਾਟ ਕਿਆ ਦੇਹੇ। ਪਠਾਨ ਕਹਿਣ ਲੱਗਾ, ਇਹ ਜੱਟ ਸਾਨੂੰ ਕੀ ਦਿੰਦਾ ਨਾਲ ਲੱਦਿਆ ਹੋਇਆ, ਰੋਟੀਆਂ ਹੀ ਖਵਾਉਣੀਆਂ ਨੂੰ ਜਾ ਕੇ, ਸਾਡਾ ਲੱਗਦਾ ਕੀ ਹੈ, ਇਹਨੇ ਸਾਡਾ ਸਵਾਰਨਾ ਕੀ ਹੈ। ਆਛੀ ਬਾਤ ਨਾ ਛੋੜੈ ਇਹ। ਅੱਛੀ ਗੱਲ ਹੈ ਵੀ ਇਹਨੂੰ ਮਾਰ ਦਈਏ ਕਹਿੰਦੇ, ਇਹਨੂੰ ਰੱਖ ਕੇ ਕੀ ਕਰਨਾ ਆਪਾਂ। ਹਾਂਜੀ, ਜਾਂ ਤੇ ਇਹ ਦਰਖਤ ਜੋ ਖਰੋ। ਕਹਿੰਦੇ ਆ ਜਿਹੜਾ ਸੁੱਕਾ ਦਰਖਤ ਖੜਾ ਹੈ ਨਾ, ਇਹਦੇ ਨਾਲ ਪਾਓ ਰੱਸਾ ਤੇ ਇਹਨੂੰ ਲਾਓ ਫਾਹੇ। ਫਾਹੇ ਇਸੇ ਚੜਾਵਨ ਕਰੋ। ਇਹਨੂੰ ਫਾਹੇ ਲਾ ਦਿਓ, ਇਹਦਾ ਕੰਮ ਤਮਾਮ ਕਰੋ। ਇਹਨੂੰ ਆਪਾਂ ਉੱਥੇ ਲਿਜਾ ਕੇ ਕੀ ਕਰਾਂਗੇ। ਸੁਨ ਪਠਾਨ ਕੋ ਹੁਕਮ ਸਿਧਾਏ। ਸਾਧ ਸੰਗਤ ਜੀ, ਪਠਾਨ ਈਸੇ ਖਾਂ ਦਾ ਹੁਕਮ ਪਾ ਕੇ ਉਹਦੇ ਸਿਪਾਹੀ ਅੱਗੇ ਹੋਏ। ਫਾਹੇ ਹੇਤ ਕਪੂਰਾ ਲਿਆਏ। ਕਪੂਰੇ ਨੂੰ ਲਿਆ ਫੜ ਕੇ ਜਿੱਥੇ ਉਹ ਫਾਹੇ ਦੇਣਾ ਸੀ ਨਾ, ਉਸ ਦਰਖਤ ਦੇ ਕੋਲ ਲੈ ਆਏ। ਇੱਕ ਲੰਮਾ ਜਿਹਾ ਰੱਸਾ ਦਰਖਤ ਦੇ ਮੋਟੇ ਜਿਹੇ ਟਾਹਣ ਨੂੰ ਪਾ ਕੇ ਤੇ ਉਹਦੇ ਗਲ 'ਚ ਪਾਣ ਲੱਗੇ। ਦੇਤ ਮਹਾ ਦੁਖ ਪਾਏ ਬਖਾਨਾ। ਜਦੋਂ ਕਪੂਰੇ ਨੇ ਵੇਖਿਆ ਵੀ ਹੁਣ ਮੇਰਾ ਅੰਤ ਸਮਾਂ ਆ ਗਿਆ, ਗੁਰੂ ਕਲਗੀਧਰ ਨੇ ਕਿਹਾ ਸੀ ਤੈਨੂੰ ਤੁਰਕ ਫਾਹੇ ਲਾ ਕੇ ਮਾਰਨਗੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਲਗੀਧਰ ਨੇ ਇਹ ਵੀ ਕਿਹਾ ਸੀ ਤੈਨੂੰ ਖੇਹ ਦਾ ਤੋਬਰਾ ਚਾੜ ਕੇ, ਮੂੰਹ ਨੂੰ ਖੇਹ ਦਾ ਤੋਬਰਾ ਚਾੜ ਕੇ ਫੇਰ ਤੇਰੇ ਫਾਹੇ ਲਾਣਗੇ। ਜੇ ਉਹ ਬਚਨ ਕਲਗੀਧਰ ਪਾਤਸ਼ਾਹ ਦੇ ਕਪੂਰੇ ਦੇ ਚੇਤੇ ਆ ਗਏ। ਕਰਨ ਦੇਹੋ ਮੁਝ ਇਹਾਂ ਇਸ਼ਨਾਨਾ। ਕਹਿਣ ਲੱਗਾ ਹੁਣ ਤੁਸੀਂ ਮਾਰ ਤਾਂ ਮੈਨੂੰ ਦੇਣਾ ਹੀ ਹੈ, ਮੇਰੀਆਂ 2 ਮੰਗਾਂ ਪੂਰੀਆਂ ਕਰ ਦਿਓ। ਇੱਕ, ਮੈਨੂੰ ਇਸ ਸਰੋਵਰ 'ਚ ਇਸ਼ਨਾਨ ਕਰ ਲੈਣ ਦਿਓ, ਮੇਰਾ ਅੰਤਲਾ ਇਸ਼ਨਾਨ ਮੈਂ ਕਰਕੇ ਜਾਵਾਂ। ਬਦਨ ਤੋਬਰਾ ਫੇਰ ਚੜਾਏ। ਤੇ ਫਿਰ ਤੁਸੀਂ ਮੇਰੇ ਮੂੰਹ ਤੇ ਖੇਹ ਦਾ ਤੋਬਰਾ ਜ਼ਰੂਰ ਚੜਾਇਆ ਜੇ, ਕਿਉਂਕਿ ਮੇਰੇ ਗੁਰੂ ਦਾ ਬਚਨ ਪੂਰਾ ਹੋ ਜਾਵੇ ਤਾਂ ਮੈਨੂੰ ਕਿਸੇ ਜਗ੍ਹਾ ਦੇ ਥਾਂ ਮਿਲ ਜਾਵੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅੰਤ ਸਮੇਂ ਕਪੂਰੇ ਨੂੰ ਇੰਨੀ ਸੋਝੀ, ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕੀਤੇ ਹੋਏ ਸਨ, ਕੋਈ ਮਹਾਰਾਜ ਦੀ ਸੰਗਤ ਕੀਤੀ ਹੋਈ ਸੀ, ਕੋਈ ਸ਼ਰਧਾ ਨਾਲ ਅਨੰਦਪੁਰ ਸਾਹਿਬ ਦੀਆਂ ਯਾਤਰਾ ਕੀਤੀਆਂ ਹੋਈਆਂ ਸਨ। ਉਹਦਾ ਇੰਨਾ ਫਲ ਮਿਲਿਆ। ਸਾਧੂ ਦਾ ਸੰਗ ਬਿਰਥਾ ਨਹੀਂ ਜਾਂਦਾ। ਸਾਧ ਸੰਗਤ ਜੀ, ਉਹ ਕਦੀ ਨਾ ਕਦੀ ਰੰਗ ਲਿਆਉਂਦਾ ਹੀ ਹੈ। ਇੰਨਾ ਕੁ ਰੰਗ ਆਇਆ, ਕਹਿੰਦਾ ਮਾਰਨ ਤਾਂ ਮੈਨੂੰ ਲੱਗੇ, ਉਹ ਫਾਹੇ ਲਾ ਕੇ ਮਾਰੋ, ਪਰ ਇੱਕ ਬਚਨ ਹੋਰ ਕਰੋ, ਮੈਨੂੰ ਇਸ਼ਨਾਨ ਕਰ ਲੈਣ ਦਿਓ। ਉਸ ਤੋਂ ਬਾਅਦ ਮੇਰੇ ਮੂੰਹ ਤੇ ਖੇਹ ਦਾ ਤੋਬਰਾ ਚਾੜ ਕੇ ਮੈਨੂੰ ਫਾਹੇ ਲਾ ਦਿਓ। ਫਾਹਾ ਦੇਹੋ ਬਹੁਰ ਇਸ ਥਾਂਏ। ਇਸੇ ਥਾਂ ਤੇ ਮੈਨੂੰ ਫਾਹੇ ਲਾਓ, ਮੈਨੂੰ ਹੁਣ ਹੋਰ ਕੁਛ ਨਹੀਂ ਚਾਹੀਦਾ। ਇੱਕੋ ਹੀ ਮੇਰੀ ਅੰਤਮ ਇੱਛਾ ਹੈ, ਅੰਤਮ ਮੰਗ ਹੈ। ਇਸ਼ਨਾਨ ਕਰਨ ਤੋਂ ਬਾਅਦ ਤੁਸੀਂ ਮੈਨੂੰ ਫਾਹੇ ਲਾਓਗੇ, ਪਰ ਖੇਹ ਦਾ ਤੋਬਰਾ ਜ਼ਰੂਰ ਮੇਰੇ ਮੂੰਹ ਤੇ ਚੜਾਇਆ ਜੇ, ਤਾਂ ਕਿ ਮੇਰੇ ਗੁਰੂ ਦਾ ਬਚਨ ਪੂਰਾ ਹੋ ਜਾਵੇ। ਕਿਸ ਨਰ ਬੂਝਿਓ ਕਿਉਂ ਕਹਿ ਐਸੇ। ਜਦੋਂ ਕਪੂਰੇ ਨੇ ਆਖਿਆ ਮੈਨੂੰ ਖੇਹ ਦਾ ਤੋਬਰਾ ਚਾੜ ਕੇ ਫਾਹੇ ਲਾਓ, ਤਾਂ ਉਹ ਪਠਾਣਾ ਨੇ ਪੁੱਛਿਆ ਵੀ ਤੈਨੂੰ ਇਹ ਕੀ ਸ਼ੌਂਕ ਜਾਗ ਪਿਆ, ਇਹ ਤੂੰ ਕਿਉਂ ਕਹਿੰਦਾ
ਵੀ ਮੈਂ ਖੇਹ ਦਾ ਤੋਬਰਾ ਇਹਦਾ ਹੋਰ ਔਖਾ ਸਗੋਂ ਫਾਹੇ ਲੱਗਣਾ ਤਾਂ ਹੈ ਹੀ ਹੈ। ਉਹਦੇ ਤੋਂ ਪਹਿਲਾਂ ਮੂੰਹ ਦੇ ਉੱਤੇ ਖੇਹ ਦਾ ਗੰਦਗੀ ਦਾ ਤੋਬਰਾ ਚੜਾਵਾਂਗੇ। ਇਹ ਤੂੰ ਏਦਾਂ ਦੀ ਭੈੜੀ ਮੌਤ ਕਿਉਂ ਮੰਗਦਾ ਹੈ? ਵਾਜਬ ਨਾਹਨ ਤੋਬਰਾ ਕੈਸੇ। ਇਹ ਵਾਜਬ ਨਹੀਂ ਹੈ। ਨਹਾਣਾ ਤਾਂ ਠੀਕ ਹੈ ਵੀ ਤੂੰ ਕਹਿੰਦਾ ਮੈਂ ਨਹਾਣਾ, ਉਹ ਤਾਂ ਸਮਝਦੇ ਆ ਵੀ ਤੇਰਾ ਜੀ ਕਰਦਾ ਵੀ ਅੰਤਮ ਵਾਰ ਮੈਂ ਨਹਾ ਕੇ ਜਾਵਾਂ, ਦੁਨੀਆ ਤੋਂ ਇਸ਼ਨਾਨ ਕਰਕੇ ਪਵਿੱਤਰ ਹੋ ਕੇ ਜਾਵਾਂ। ਪਰ ਇਹ ਖੇਹ ਦਾ ਗੰਦਗੀ ਦਾ ਪਿਸ਼ਟਾ ਦਾ ਮੂੰਹ ਨੂੰ ਤੋਬਰਾ ਚੜਾਉਣਾ, ਇਹ ਕਿਉਂ ਚੜਾਉਣਾ ਚਾਹੁੰਦਾ ਹੈ? ਤਿਨਕੇ ਨਿਕਟ ਬਤਾਵਨ ਕੀਨ। ਤਾਂ ਉਸ ਵੇਲੇ ਕਪੂਰੇ ਨੇ ਆਪਣੇ ਉਹਨਾਂ ਸਾਥੀਆਂ ਨੂੰ ਜਿਹੜੇ ਉਹ ਈਸੇ ਖਾਂ ਦੇ ਬੰਦੇ ਸਨ, ਉਹਨਾਂ ਨੂੰ ਦੱਸਿਆ, ਮੇਰੇ ਗੁਰੂ ਸਰਾਪ ਇਮਦੀਨ। ਮੇਰੇ ਗੁਰੂ ਕਲਗੀਆਂ ਵਾਲੇ ਨੇ ਮੈਨੂੰ ਇਹ ਸਰਾਪ ਦਿੱਤਾ ਸੀ ਕਿ ਕਪੂਰਿਆ ਤੂੰ ਤੁਰਕਾਂ ਦਾ ਕਤੂਰਾ ਬਣ ਗਿਆ, ਤੁਰਕੀ ਤੈਨੂੰ ਫਾਹੇ ਲਾਣਗੇ ਤੇ ਬਿਸ਼ਟਾ ਦਾ ਤੋਬਰਾ ਮੂੰਹ ਤੇ ਚੜਾ ਕੇ ਫਾਹੇ ਲਾਣਗੇ। ਖੇਹ ਤੋਬਰਾ ਬਦਨ ਚੜਾਏ। ਗੁਰੂ ਕਲਗੀਧਰ ਕਹਿ ਗਏ ਸਨ ਵੀ ਖੇਹ ਦਾ ਤੋਬਰਾ ਮੂੰਹ ਤੇ ਚਾੜ ਕੇ ਫਾਹਾ ਦੇਹ ਤੁਰਕ ਮਰਵਾਏ। ਤੁਰਕ ਤੈਨੂੰ ਮਾਰਨਗੇ ਫਾਹੇ ਲਾ ਕੇ। ਅਪਰ ਬਾਤ ਸਗਰੀ ਬਨ ਆਈ। ਕਹਿੰਦਾ ਹੋਰ ਤੇ ਤੁਸੀਂ ਸਾਰਾ ਕੁਝ ਉਦਾਂ ਹੀ ਕਰ ਰਹੇ ਹੋ ਜਿਵੇਂ ਗੁਰੂ ਨੇ ਕਿਹਾ ਸੀ, ਪਰ ਤੋਬਰਾ ਤੁਸੀਂ ਭੁੱਲ ਚੱਲੇ ਸੀ। ਉਹ ਮੈਂ ਤੁਹਾਨੂੰ ਯਾਦ ਕਰਾ ਰਿਹਾ ਵੀ ਮੇਰੇ ਗੁਰੂ ਦਾ ਬਚਨ ਹੈ, ਤੁਹਾਨੂੰ ਪਤਾ ਨਹੀਂ। ਫਾਹੇ ਲਾਣ ਤੱਕ ਤੇ ਤੁਸੀਂ ਉਹੀ ਕੁਝ ਕਰ ਰਹੇ ਹੋ ਜੋ 10ਵੇਂ ਪਾਤਸ਼ਾਹ ਨੇ ਕਿਹਾ ਸੀ। ਬਸ ਹੁਣ ਇੰਨਾ ਵੀ ਕਰ ਦਿਓ ਕਿ ਮੇਰੇ ਮੂੰਹ ਤੇ ਖੇਹ ਦਾ ਤੋਬਰਾ ਚੜਾ ਦਿਓ। ਨਹੀਂ ਤੋਬਰਾ ਤੁਮ ਹੋ ਅਨਾਈ। ਤੁਸੀਂ ਤੋਬਰਾ ਨਹੀਂ ਮੰਗਾਇਆ, ਬਾਕੀ ਸਾਰਾ ਕੁਝ ਤੁਸੀਂ ਕਰ ਰਹੇ ਹੋ ਤੇ ਉਹ ਬਚਨ ਵੀ ਪੂਰਾ ਹੋ ਜਾਵੇ। ਜੋ ਮੰਗਵਾਏ ਦੇਹੋ ਮੁਝ ਫਾਸੀ। ਤੋਬਰਾ ਮੰਗਾ ਕੇ ਮੇਰੇ ਮੂੰਹ ਨੂੰ ਚੜਾਓ ਤੇ ਫਾਹੇ ਲਾ ਦਿਓ। ਪੂਰੋ ਬਾਕ ਗੁਰੂ ਅਬਿਨਾਸ਼ੀ। ਕਲਗੀਆਂ ਵਾਲੇ ਦੇ ਅਬਿਨਾਸ਼ੀ ਬਚਨਾਂ ਨੂੰ ਪੂਰੇ ਕਰ ਦਿਓ। ਨਤਰ ਤੋਬਰੇ ਹਿਤ ਤਨ ਔਰ। ਨਹੀਂ ਤਾਂ ਉਹ ਤੋਬਰਾ ਚੜ ਕੇ ਫਾਹੇ ਲੱਗਣ ਵਾਸਤੇ ਮੈਨੂੰ ਹੋਰ ਜਨਮ ਲੈਣਾ ਪੈਣਾ, ਕਿਉਂਕਿ ਗੁਰੂ ਦਾ ਬਚਨ ਤੇ ਟਲਣਾ ਨਹੀਂ। ਉਹ ਬਚਨ ਇਸੇ ਜਨਮ 'ਚ ਹੀ ਪੂਰਾ ਹੋ ਜਾਵੇ। ਹੋਰ ਜਨਮ ਲਵਾਂਗਾ, ਫੇਰ ਤੋਬਰਾ ਚੜੇਗਾ, ਫੇਰ ਫਾਹੇ ਲੱਗਾਂਗਾ। ਐਸੇ ਜਨਮ 'ਚ ਫਾਹੇ ਦਾ ਲੱਗਾ ਆ, ਉਹ ਤੋਬਰੇ ਪਿੱਛੇ ਦੁਬਾਰਾ ਨਾ ਫਾਹੇ ਲੱਗਣਾ ਪਵੇ। ਸਹੋ ਸਰਾਪ ਧਰ ਕਹਿ ਕਿਸ ਠੌਰ। ਕਿਸੇ ਹੋਰ ਜਨਮ ਦੇ ਵਿੱਚ ਸਰਾਪ ਪੂਰਾ ਕਰਨਾ ਪਵੇਗਾ ਗੁਰੂ ਦਾ। ਸੁਣ ਕੇ ਤੁਰਕ ਤਥਾ ਹੀ ਕੀਨ। ਤੁਰਕਾਂ ਨੇ ਉਸੇ ਤਰ੍ਹਾਂ ਹੀ ਕੀਤਾ। ਖੇਹ ਤੋਬਰਾ ਮੁਖ ਵਿੱਚ ਦੀਨ। ਕਹਿੰਦੇ ਲਿਆ ਕੇ ਖੇਹ ਦਾ ਤੋਬਰਾ ਉਹਦੇ ਗਲ ਪਾ ਦਿੱਤਾ। ਪਾਏ ਜੇਵਰਾ ਗਰ ਲਟਕਾਇਓ। ਤੇ ਮੋਟਾ ਸਾਰਾ ਰੱਸਾ ਗਲ ਵਿੱਚ ਪਾ ਕੇ ਤੇ ਦਰਖਤ ਦੇ ਨਾਲ ਕਪੂਰੇ ਨੂੰ ਟੰਗ ਦਿੱਤਾ। ਇਮ ਅਵਗਤ ਲਹਿ ਪ੍ਰਾਣ ਗਵਾਇਓ। ਇਸ ਤਰ੍ਹਾਂ ਸਾਧ ਸੰਗਤ ਜੀ ਕਲਗੀਧਰ ਦਾ ਬਚਨ ਪੂਰਾ ਹੋਇਆ। ਕਪੂਰਾ ਫਾਹੇ ਲੱਗ ਕੇ ਤੋਬਰਾ ਚੜਾ ਕੇ ਦਰਖਤ ਦੇ ਨਾਲ ਟੰਗ ਕੇ ਮਾਰ ਦਿੱਤਾ ਗਿਆ। ਰਾਵਰ ਕੋ ਜੋ ਹੁਕਮ ਨ ਮਾਨਾ। ਸਿੰਘ ਦੱਸ ਰਹੇ ਨੇ 10ਵੇਂ ਪਾਤਸ਼ਾਹ ਨੂੰ ਆ ਕੇ, ਮਹਾਰਾਜ ਜੀ ਇਹ ਖਬਰ ਆਈ ਹੈ ਕੋਟ ਕਪੂਰੇ ਵੱਲੋਂ, ਕਪੂਰੇ ਨੂੰ ਈਸੇ ਖਾਂ ਨੇ ਫਾਹੇ ਲਾ ਕੇ ਮਾਰਿਆ ਤੇ ਤੋਬਰਾ ਚੜਾ ਕੇ ਮਾਰਿਆ ਤੇ ਉਹਨੇ ਤੁਹਾਡਾ ਬਚਨ ਨਹੀਂ ਸੀ ਨਾ ਮੰਨਿਆ ਸਤਿਗੁਰੂ ਜੀ। ਮਹਾਮੂੜ ਲਹਿ ਕਸ਼ਟ ਮਹਾਨਾ। ਉਹ ਮਹਾਮੂਰਖ ਫਾਹੇ ਲੱਗਾ ਤੇ ਕਿਤੇ ਤੁਹਾਡਾ ਬਚਨ ਮੰਨ ਲੈਂਦਾ ਤੇ ਉਹਦਾ ਨਾਂ ਦੁਨੀਆ ਦੇ ਕਿੱਡਾ ਰੋਸ਼ਨ ਹੋਣਾ ਸੀ। ਮਹਾਰਾਜ ਕਹਿੰਦੇ ਕਪੂਰਿਆ ਕਿਲਾ ਦੇ ਦੇ, ਤੇਰੇ ਕਿਲੇ 'ਚ ਖੜ ਕੇ ਤੁਰਕਾਂ ਦਾ ਮੁਕਾਬਲਾ ਕਰੀਏ। ਕਹਿੰਦਾ ਮੈਨੂੰ ਤੁਰਕ ਫਾਹੇ ਲਾ ਦੇਣਗੇ। ਮਹਾਰਾਜ ਕਹਿੰਦੇ ਫਾਹੇ ਲਾਣਗੇ, ਬਿਸ਼ਟਾ ਦਾ ਤੋਬਰਾ ਚੜਾ ਕੇ ਲਾਣਗੇ। ਉਹ ਵੇਖੋ ਬਚਨ ਸਤਿਗੁਰਾਂ ਦੇ ਅਟਲ ਹੋਏ ਐ। ਸੁਨ ਸਤਿਗੁਰ ਮੁਖ ਤੂਸ਼ਨ ਧਾਰੀ। ਪਰ ਗੁਰੂ ਸਾਹਿਬ ਸੁਣ ਕੇ ਬੋਲੇ, ਚੁੱਪ ਕਰ ਗਏ। ਬਾਕ ਅਮੋਘ ਟਰਹਿ ਨਹਿ ਟਾਰੀ। ਕਿਉਂਕਿ ਬਚਨ ਅਮੋਘ ਬਾਣ ਹਨ, ਕੋਈ ਉਹਨਾਂ ਦੇ ਬਚਨਾਂ ਨੂੰ ਟਾਲ ਨਹੀਂ ਸਕਦਾ। ਬ੍ਰਹਮ ਅਸਤਰ ਰਘੁਬਰ ਸਰ ਸੰਗਾ। ਸ੍ਰੀ ਰਾਮਚੰਦਰ ਜੀ ਮਹਾਰਾਜ ਦਾ ਕਹਿੰਦੇ ਜਿਹੜਾ ਤੀਰ ਸੀ ਨਾ, ਅਮੋਘ ਬਾਣ ਸੀ, ਬ੍ਰਹਮ ਅਸਤਰ ਸੀਗਾ। ਜਿੱਥੇ ਉਹਨਾਂ ਦਾ ਤੀਰ ਚੱਲਦਾ ਸੀ ਬਿਰਥਾ ਨਹੀਂ ਸੀ ਜਾਂਦਾ। ਜਿਵੇਂ ਸ੍ਰੀ ਰਾਮਚੰਦਰ ਜੀ ਦਾ ਬਾਣ ਬਿਰਥਾ ਨਹੀਂ ਸੀ ਜਾਂਦਾ, ਏਦਾਂ ਸ੍ਰੀ ਕਲਗੀਧਰ ਪਾਤਸ਼ਾਹ ਦੇ ਬਾਕ ਬਿਰਥੇ ਨਹੀਂ ਜਾਂਦੇ। ਬੋਲਾਂ ਦੇ ਤੀਰ ਮਾਰ ਕੇ ਸੱਚੇ ਪਾਤਸ਼ਾਹ ਸਾਧ ਸੰਗਤ ਜੀ ਵੱਡੇ ਵੱਡੇ ਮੁਲਕ ਫਤਿਹ ਕਰ ਦਿੱਤੇ। ਜਿਹੜਾ ਹਿੰਦੁਸਤਾਨ ਦਾ ਉਹ ਬਾਦਸ਼ਾਹ ਔਰੰਗਜ਼ੇਬ, ਜਿਹੜਾ ਕਹਿੰਦਾ ਸੀ ਮੇਰੇ ਰਾਜ ਵਿੱਚ ਕੋਈ ਕੁਸਕ ਨਹੀਂ ਸਕਦਾ, ਜੜ੍ਹਾਂ ਪੱਟ ਕੇ ਰੱਖ ਦਿੱਤੀਆਂ ਬਚਨਾਂ ਦੇ ਨਾਲ। ਉਹ ਸਰਹੰਦ ਜਿਹੜੀ ਸ਼ੀਰੰਦ ਸ਼ੇਰ ਦੀ ਗੁਫਾ ਕੁਹਾਂਦੀ ਸੀ, ਮਹਾਰਾਜ ਦੇ ਬਚਨਾਂ ਨਾਲ ਇੱਟ ਖੜਕ ਗਈ, ਨਾਮੋ ਨਿਸ਼ਾਨ ਮਿਟ ਗਏ।
ਐਸੇ ਬਾਜਾਂ ਵਾਲੇ ਸਤਿਗੁਰਾਂ ਦੇ ਬਚਨ ਹਨ। ਭਇਓ ਨਾ ਨਿਸ਼ਫਲ ਸ਼ਤਰੂਨ ਭੰਗਾ। ਕਲਗੀਧਰ ਪਾਤਸ਼ਾਹ ਦੇ ਬਚਨ ਕਦੀ ਨਿਸ਼ਫਲ ਨਹੀਂ ਹੋਏ, ਖਾਲੀ ਨਹੀਂ ਗਏ। ਨਹੀਂ ਸਤਿ ਸ੍ਰੀ ਅਕਾਲ। ਨਹੀਂ ਸਮਰੱਥ ਹਟਾਵਨ ਕੋਈ। ਉਹਨਾਂ ਦੇ ਬਚਨਾਂ ਨੂੰ ਹਟਾਉਣ ਵਿੱਚ ਕੋਈ ਵੀ ਸਮਰੱਥ ਨਹੀਂ ਹੈ। ਓਟ ਸੁਮੇਰ ਨਾ ਬਚਬੋ ਹੋਈ। ਕਹਿੰਦੇ ਸੁਮੇਰ ਪਰਬਤ ਜਿਹੜਾ ਹੈ ਨਾ, ਉਹਦੇ ਚ ਓਲੇ ਹੋ ਕੇ ਕੋਈ ਨੇ ਲੋਕ ਕੇ ਕਵੇ ਵੀ ਮੈਂ ਬਚ ਜਾਵਾਂਗਾ, ਬੜੇ ਤੋਂ ਵੱਡਾ ਕੋਈ ਸਹਾਰਾ ਤੱਕ ਲੈ ਵੀ ਗੁਰੂ ਦੇ ਬਚਨਾਂ ਤੋਂ ਮੈਂ ਬਚ ਜਾਵਾਂਗਾ। ਸੁਮੇਰ ਪਰਬਤ ਵੀ ਨਹੀਂ ਬਚਾ ਸਕਦਾ। ਕੋਈ ਓਲਾ, ਕੋਈ ਕਿਲਾ, ਕੋਈ ਓਟ, ਕੋਈ ਸਹਾਰਾ ਉਸ ਬੰਦੇ ਦੀ ਮਦਦ ਨਹੀਂ ਕਰ ਸਕਦਾ ਜਿਸ ਨੂੰ ਗੁਰੂ ਦੇ ਬਚਨਾਂ ਦਾ ਬਾਣ ਲੱਗ ਜਾਂਦਾ ਹੈ। ਸੁਨ ਬਿਰਾੜ ਤਰਾਸ ਕੇ ਸਾਥ। ਸਾਧ ਸੰਗਤ ਜੀ, ਬਿਰਾੜ ਸਾਰੇ ਸੁਣ ਕੇ ਭੈ ਭੀਤ ਹੋਏ। ਡੱਲੇ ਨੇ ਵੀ ਉਸ ਵੇਲੇ ਹੱਥ ਜੋੜ ਲਏ। ਸ਼ਰਧਾ ਸਹਿਤ ਨਿਵਾਵੈ ਮਾਥ। ਸਾਰੇ ਬਰਾੜਾਂ ਨੇ ਸ਼ਰਧਾ ਸਹਿਤ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕੀਤੀ। ਕਿਚਿਤ ਦਿਵਸ ਬੀਤੇ ਤਾਹੇ ਔਰ। ਕੁਝ ਦਿਨ ਸਾਧ ਸੰਗਤ ਜੀ ਦਮਦਮੇ ਸਾਹਿਬ ਰਹਿੰਦਿਆਂ ਹੋਰ ਬੀਤ ਗਏ। ਬਸੇ ਪ੍ਰਭੂ ਸੋਢੀ ਸਿਰ ਮੋਰ। ਸਾਬੋ ਕੀ ਤਲਵੰਡੀ ਕਲਗੀਧਰ ਪਾਤਸ਼ਾਹ ਜੀ ਰਹਿ ਰਹੇ ਹਨ। ਅਪੈ ਰਾਮ ਬੜ ਸ਼ੋਕ ਭਇਓ ਹੈ। ਉਧਰ ਬਾਬਾ ਅਬੇ ਰਾਮ ਜੀ ਜੋ ਸੋਢੀ ਕੌਲ ਸਾਹਿਬ ਦੇ ਪੁੱਤਰ ਸਨ, ਯਾਨੀ ਗੁਰੂ ਰਾਮਦਾਸ ਸਾਹਿਬ ਜੀ ਦੀ 5ਵੀਂ ਪੀੜ੍ਹੀ ਸਨ, ਉਹ ਹੁਣ ਬੜੇ ਦੁਖੀ ਹਨ। ਉਹਨਾਂ ਦਾ ਬੱਚੇ ਮਰ ਗਏ, 2 ਸ੍ਰੀ ਰਾਮ ਮਰ ਗਿਆ, ਪ੍ਰਜਾਪਤ ਮਾਰਿਆ ਗਿਆ। ਇਸ ਕਰਕੇ ਸੋਢੀ ਅਭੈ ਰਾਮ ਜੀ ਬਹੁਤ ਪਰੇਸ਼ਾਨ ਰਹਿਣ ਲੱਗੇ। ਜੁਗ ਪੁੱਤਰਨ ਇੱਕ ਬਾਰ ਹਯੋ ਹੈ। 2 ਪੁੱਤਰ ਇਕੱਠੇ ਹੀ ਮਾਰੇ ਗਏ। ਇੱਕ ਦਿਨ ਲਾਗਿਓ ਕਰਨ ਆਹਾਰਾ। ਇੱਕ ਦਿਨ ਸੋਢੀ ਅਭੈ ਰਾਮ ਜੀ ਰੋਟੀ ਖਾਣ ਲੱਗੇ, ਥਾਲੀ 'ਚ ਪ੍ਰਸ਼ਾਦਾ ਆਇਆ। ਦਿਲ ਤਾਂ ਕਰਦਾ ਨਹੀਂ, ਜਿਹਦੇ ਪੁੱਤਰ ਮਰ ਗਏ ਹੁਣ ਪੋਤਰੇ ਮਰ ਗਏ, ਰੋਟੀ ਨਹੀਂ ਚੰਗੀ ਲੱਗਦੀ ਹੁੰਦੀ। ਪਰ ਇਹ ਸਰੀਰ ਹੈ ਸਾਧ ਸੰਗਤ ਜੀ, ਜਿੰਨਾ ਚਿਰ ਬੰਦਾ ਦੁਨੀਆ ਤੇ ਰਹਿੰਦਾ ਇਹ ਪੇਟ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਇਹਦੇ 'ਚ ਕੁਛ ਨਾ ਕੁਛ ਰੋਂਦਿਆਂ ਧੋਂਦਿਆਂ ਵੀ ਪਾਉਣਾ ਹੀ ਪੈਂਦਾ। ਸੋਢੀ ਅਭੈ ਰਾਮ ਜੀ ਪ੍ਰਸ਼ਾਦਾ ਛਕਣ ਲੱਗੇ। ਬਰਖਾ ਮਹਿ ਗਰਜਿਓ ਘਨ ਭਾਰਾ। ਕਹਿੰਦੇ ਅਚਾਨਕ ਬੱਦਲ ਦੇ ਗਰਜਣ ਦੀ ਆਵਾਜ਼ ਆਈ। ਆਕਾਸ਼ ਦੇ ਵਿੱਚ ਕਾਲੇ ਬੱਦਲ ਆ ਗਏ। ਸਹਿ ਨਾ ਸਕਿਓ ਦੁੱਖ ਪਾਏ ਉਚਾਰੇ। ਬੱਦਲਾਂ ਦੀ ਗੜਗੜਾਹਟ ਸੁਣ ਕੇ ਬਾਬਾ ਅਭੈ ਰਾਮ ਜੀ ਸਹਿ ਨਹੀਂ ਸਕੇ, ਬੜੇ ਦੁਖੀ ਹੋਏ। ਮੁਝ ਕੋ ਸ਼ੋਕ ਭਇਓ ਸੁਤ ਮਾਰੇ। ਬੱਦਲਾਂ ਵੱਲ ਵੇਖ ਕੇ ਬਾਬਾ ਅਭੈ ਰਾਮ ਜੀ ਬੋਲੇ, ਓਏ ਮੇਰੇ 2 ਪੁੱਤਰ ਮਰ ਗਏ ਨੇ, ਮੇਰੇ ਦਿਲ ਤੇ ਆਰੀਆਂ ਚੱਲ ਰਹੀਆਂ ਨੇ ਤੇ ਤੂੰ ਖੁਸ਼ੀਆਂ ਮਨਾ ਰਿਹਾ। ਹਾਂਜੀ, ਘਰ ਤੇਰੇ ਮੈਂ ਭਈ ਵਧਾਈ। ਤੇਰੇ ਘਰ ਵਧਾਈਆਂ, ਤੂੰ ਗੱਜਦਾ ਪਿਆ, ਮੇਰਾ ਘਰ ਉਜੜਿਆ ਪਿਆ ਹੈ। ਗਰਜ ਗਰਜ ਕੈ ਮੋਹੇ ਸੁਨਾਈ। ਗਰਜ ਗਰਜ ਕੇ ਮੈਨੂੰ ਸੁਣਾਣਾ ਓਏ ਬਦਲਾ। ਉਹਨੇ ਬੱਦਲ ਵੱਲ ਵੇਖ ਕੇ ਸੋਢੀ ਅਭੈ ਰਾਮ ਨੇ ਏਦਾਂ ਦਾ ਬਚਨ ਕੀਤਾ, ਮੇਰੀ ਪੀਰ ਨਾ ਤੁਝ ਕੋ ਕੋਈ। ਤੈਨੂੰ ਮੇਰੀ ਪੀੜ ਦਾ ਪਤਾ ਨਹੀਂ, ਮੇਰੇ ਕਾਲਜਾ ਫਟਿਆ ਹੋਇਆ, ਮੇਰੇ 2 ਬੱਚੇ ਮਾਰੇ ਗਏ ਨੇ। ਸ਼ੋਕ ਪਰੋਇਓ ਪੀੜਤ ਹੋਈ। ਮੈਂ ਸ਼ੋਕ ਨਾਲ ਦੁਖੀ ਹਾਂ, ਪੀੜਾ ਨਾਲ ਮੈਂ ਲਾ ਰਿਹਾ ਹਾਂ। ਪੁੱਤਰਾਂ ਦੀ ਮੌਤ ਮੈਨੂੰ ਸਤਾ ਰਹੀ ਹੈ ਤੇ ਤੂੰ ਖੁਸ਼ੀਆਂ ਮਨਾ ਰਿਹਾ ਹੈ। ਅਬ ਹਾਠ ਜਾਓ ਨਾ ਦੇਹੋ ਦਿਖਾਈ। ਹਟ ਜਾ ਮੇਰੀ ਅੱਖਾਂ ਤੋਂ ਪਰੇ, ਨਜ਼ਰ ਨਾ ਆ, ਮੈਨੂੰ ਦਿਖਾਈ ਨਾ ਦੇ। ਅਭੈ ਰਾਮ ਜਬ ਇਵ ਅਲਾਈ। ਜਦੋਂ ਸੋਢੀ ਅਭੈ ਰਾਮ ਨੇ ਇਸ ਤਰ੍ਹਾਂ ਆਖਿਆ, ਝੱਟ ਮਿਟ ਗਇਓ ਨਾ ਬਰਖਿਓ ਬਾਰੀ। ਉਸੇ ਵੇਲੇ ਬੱਦਲ ਉੱਡ ਗਏ ਤੇ ਮੀਂਹ ਨਹੀਂ ਪਿਆ। ਬਹਾਦੁਰ ਪਿੱਛ ਦੇਸ਼ ਤਿਸ ਭਾਰੀ। ਦੇਸ਼ ਵਿੱਚ ਕਾਲ ਪੈ ਗਿਆ, ਬਹੁਤ ਔਖਾ ਹੋ ਗਿਆ ਲੋਕਾਂ ਦਾ ਜੀਣਾ। ਚਿਰੰਕਾਲ ਲਗ ਮੇਘ ਨਾ ਆਏ। ਕਈ ਮਹੀਨੇ ਮੀਂਹ ਪਿਆ। ਰਾਵ ਤਪਤਿਓ ਬਹੁ ਨਰਕ ਲਾਏ। ਕਹਿੰਦੇ ਸੂਰਜ ਦੀ ਗਰਮੀ ਧਰਤੀ ਨੂੰ ਸਾੜ ਰਹੀ ਸੀ, ਲੋਕ ਬੜੇ ਪਰੇਸ਼ਾਨ ਸਨ। ਉਹ ਕਹਿੰਦੇ ਸੀ ਮੀਂਹ ਪਵੇ, ਪਰ ਸੋਢੀ ਕੌਲ ਸਾਹਿਬ ਦੇ ਪੁੱਤਰ ਅਭੈ ਰਾਮ ਦਾ ਐਸਾ ਤੀਰ ਬਚਨਾਂ ਦਾ ਚੱਲਿਆ, ਕਈ ਮਹੀਨੇ ਮੀਂਹ ਨਹੀਂ ਪਿਆ। ਇਸ ਪ੍ਰਕਾਰ ਤਿਤ ਕੇਰ ਪ੍ਰਸੰਗ। ਇਸ ਤਰ੍ਹਾਂ ਦੀਆਂ ਸਾਖੀਆਂ ਉਸ ਇਲਾਕੇ ਵਿੱਚ ਪ੍ਰਚਲਿਤ ਹਨ। ਭਇਓ ਉਚਾਰਿਓ ਸਰੋਤਨ ਸੰਗ। ਜੋ ਉਧਰ ਹੋਇਆ ਖਾਲਸਾ ਜੀ, ਭਾਈ ਸੰਤੋਖ ਸਿੰਘ ਜੀ ਕਹਿੰਦੇ ਅਸੀਂ ਸਰੋਤਿਆਂ ਨੂੰ ਲਿਖ ਕੇ ਸੁਣਾ ਰਹੇ ਹਾਂ, ਕਿਉਂਕਿ ਸਾਧ ਸੰਗਤ ਜੀ ਅੱਜ ਕੱਲ੍ਹ ਨਾ ਸਾਡੇ ਲੋਕਾਂ ਵਿੱਚ ਬੜੀ ਬੁੱਧੀ ਦੀ ਨਾ ਸੰਕੀਰਣਤਾ ਹੋ ਗਈ ਹੈ। ਜਿਹੜੀ ਗੱਲ ਸਾਨੂੰ ਪਸੰਦ ਹੈ ਉਹ ਹੀ ਸੁਣਨੀ ਹੈ। ਇਹ ਜਿਹੜੇ ਗ੍ਰੰਥ ਹੁੰਦੇ ਨਾ, ਇਹ ਵੱਡਾ ਸਮੁੰਦਰ ਹੁੰਦੇ ਨੇ, ਇਹਨਾਂ 'ਚ ਹਰ ਇੱਕ ਪੱਖ ਲਿਖਿਆ ਜਾਂਦਾ,
हर एक विषय ते लिखिया जाता। जरूरी नहीं वो मेरे वास्ते होवे, दूजे दे वास्ते भी है, तीजे दे वास्ते, सारिਆਂ ਦੀ ਮੰਗ एक तो नहीं होती। हर एक बंदे की बिरती नूं मुख रख के ग्रंथ लिखे जाते हैं। ये विशाल ग्रंथ है, 14 जिल्दां में छपिया। कवि जी हर पक्ष लिख रहे हैं भी जो समाज विच गल्लां चल रही सन, जो समाज विच रवायतां सन प्रचलित उस वेले दा सारे प्रसंग लिखने। जिन्ना पता लगा उन्हां दा जिम्मेवारी है। जे कोई चीज़ छड्ड जाओ वो रवायत खत्म हो जाएगी। सो कहते उधर ये रवायत है कि सोढ़ी अभय राम जी ने हौका लिया सी, ओए इंद्रा मेरा टब्बर उजड़ गया, मेरे पुत्र मर गए तो तू खुशियां मना रहे। ते 6 महीने फिर मींह नहीं पिया। बास दमदमे सतगुर कीन, कलगीधर पातशाह दमदमे दी धरती ते डेरा लाई रखिया। केतिक सराप कितिक बर लीन, किन्ने ही सराप होए ते किन्ने ही वर, जिन्हां ने सेवा कीती वो वर लै गए। ਜਿਹੜੇ ਬੇਮੁਖ ਸਨ ਉਹਨਾਂ ਨੂੰ ਤਿੱਖੇ ਤੀਰ ਵੀ ਵੱਜ ਗਏ ਬਚਨਾਂ ਦੇ।